ਮੇਜਰ ਮੰਗੜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਹਾਨੂੰ ਜੀ ਆਇਆਂ ਤੇ ਧੰਨਵਾਦ ਕਰਦੇ ਹਾਂ। ਮੇਰਾ ਨਾਮ ਸੁਰਿੰਦਰ ਕੁਮਾਰ, ਮੇਰਾ ਥੀਸਿਸ ਵਰਕ ਜਿਹੜਾ ਹੈਗਾ ਵਾ ਉਹਦੇ ਨਾਲ ਉਸ ਵਿੱਚ ਤੁਹਾਡਾ ਇੱਕ ਨਾਟਕ ਪਿੰਜਰੇ ਮੈਂ ਆਪਣੇ ਉਸ ਵਿਸ਼ਲੇਸ਼ਣ ਲਈ ਰਿਸਰਚ ਵਰਕ ਲਈ ਲਿਆ। ਸੋ ਅੱਜ ਆਪਾਂ ਤੁਹਾਡੇ ਲੇਖਣੀ ਬਾਰੇ, ਤੁਹਾਡੀ ਕਲਾ ਬਾਰੇ, ਤੁਹਾਡੇ ਨਾਟਕਾਂ ਬਾਰੇ, ਮੈਨੂੰ ਪਤਾ ਹੈ ਕਿ ਤੁਸੀਂ ਨਾਟਕ ਤੋਂ ਬਿਨਾਂ ਵੀ ਹੋਰ ਸਾਹਿਤ ਦੀਆਂ ਵਿਧਾਵਾਂ, ਕਹਾਣੀ ਅਤੇ ਕਵਿਤਾਵਾਂ ਨਾਲ ਵੀ ਸਿੱਧੇ ਰੂਪ 'ਚ ਜੁੜੇ ਹੋਏ ਹੋ। ਸੋ ਆਪਾਂ ਉਸ ਵਿਸ਼ੇ 'ਤੇ ਥੋੜ੍ਹੇ ਬਹੁਤ ਸਵਾਲ ਜਵਾਬ ਤੁਹਾਡੇ ਨਾਲ ਕਰਾਂਗੇ। ਮੇਰਾ ਪਹਿਲਾ ਸਵਾਲ ਤੁਹਾਡੇ ਲਈ ਹੈ ਕਿ ਜੀ ਤੁਸੀਂ ਕਿਹੜੇ ਨਾਟਕਾਂ ਦੀ ਸਿਰਜਣਾ ਔਰਤ ਸਮੱਸਿਆ ਨੂੰ ਮੁੱਖ ਰੱਖ ਕੇ ਕੀਤੀ ਹੈ? ਉਹ ਨਾਟਕ ਜਿਨ੍ਹਾਂ ਵਿੱਚ ਔਰਤਾਂ ਦੀ ਸਮੱਸਿਆਵਾਂ ਨੂੰ ਹਾਂਜੀ ਸੁਰਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇਸ ਗੱਲਬਾਤ ਲਈ ਬੁਲਾਇਆ ਜਾਂ ਆਪਾਂ ਗੱਲਬਾਤ ਕਰ ਰਹੇ ਹਾਂ। ਤੋ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਤੁਸੀਂ ਔਰਤਾਂ ਨੂੰ ਲੈ ਕੇ ਨਾਟਕਾਂ ਦੇ ਵਿੱਚ ਕਿਸ ਤਰ੍ਹਾਂ ਬਿਆਨ ਕੀਤਾ, ਠੀਕ ਹੈ। ਸੋ ਦੇਖੋ, ਜਿੰਨੇ ਵੀ ਆਪਾਂ ਨਾਟਕ ਲਿਖਦੇ ਹਾਂ ਜਾਂ ਮੈਂ ਕੋਈ ਜ਼ਿਆਦਾ ਨਾਟਕ ਨਹੀਂ, ਬੇਸਿਕਲੀ ਮੈਂ ਜ਼ਿਆਦਾ ਕਹਾਣੀ ਲਿਖੀ ਹੈ, ਲੇਕਿਨ ਨਾਟਕ ਵੀ ਲਿਖੇ ਨੇ। ਹਾਂ, ਔਰਤ ਸਾਡੇ ਸਮਾਜ ਦਾ ਜਿਹੜਾ ਮੁੱਖ ਧੁਰ ਹੈ। ਹਾਂਜੀ, ਤੁਸੀਂ ਕੋਈ ਵੀ ਕਰੈਕਟਰ ਲੈ ਲਓ, ਉਹਦੇ ਵਿੱਚ ਔਰਤ ਨੇ ਆਉਣਾ ਹੀ ਆਉਣਾ। ਜਦੋਂ ਔਰਤ ਨੇ ਆਉਣਾ ਤਾਂ ਉਹਦੀਆਂ ਸਮੱਸਿਆਵਾਂ ਵੀ ਆਉਣਗੀਆਂ, ਠੀਕ ਹੈ। ਸੋ ਮੈਂ ਬੇਸਿਕਲੀ ਇੱਥੇ ਜਿਹੜੇ ਨਾਟਕ ਖੇਡੇ ਨੇ ਟੋਰਾਂਟੋ ਦੇ ਵਿੱਚ ਆ ਕੇ, ਉਹਦੇ ਵਿੱਚ ਪਿੰਜਰੇ ਵੀ ਸੀਗਾ ਤੇ ਉਹਦੇ ਵਿੱਚ ਚੌਰਸਤਾ ਵੀ ਸੀਗਾ। ਨਾਟਕ ਮੈਂ ਕੁਝ ਹੋਰ ਵੀ ਲਿਖੇ ਪਰ ਉਹ ਨਹੀਂ ਖੇਡੇ। ਜਿਹੜਾ ਨਾਟਕ ਪਿੰਜਰੇ ਤੁਸੀਂ ਗੱਲ ਕਰਦੇ ਆ ਤਾਂ ਇਹ ਕਾਫੀ ਇੱਥੇ ਦੇ ਕਾਫੀ ਸ਼ੋਅ ਹੋਏ ਸੀ। ਇਹਦੇ ਵਿੱਚ ਜਿਹੜੀਆਂ ਔਰਤਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਖਾਸ ਕਰਕੇ, ਸੋ ਕਿਸ ਤਰ੍ਹਾਂ ਜਿਹੜੀ ਔਰਤ ਹੈ ਉਹਨੂੰ ਐਕਸਪਲੋਇਟ ਕੀਤਾ ਜਾਂਦਾ, ਪੇਰੈਂਟਸ ਵੱਲੋਂ ਕੀਤਾ ਜਾਂਦਾ ਹੈ, ਹਾਂਜੀ। ਅਤੇ ਫਿਰ ਉਹਨੂੰ ਜਦੋਂ ਇੱਥੇ ਆ ਜਾਂਦੀ ਹੈ ਤਾਂ ਉਹਦਾ ਜਿਹੜਾ ਪਤੀ ਆ ਉਹਨੂੰ ਕਰਦਾ ਹੈ, ਜਾਂ ਜਿਹੜੀ ਕੀ ਕਹਿ ਲਓ ਡੋਮੈਸਟਿਕ ਵਾਇਲੈਂਸ ਹੈਗੀ ਆ, ਠੀਕ ਹੈ। ਤਾਂ ਉਹ ਕਿਸ ਤਰ੍ਹਾਂ ਝੱਲਦੀ ਹੈ, ਤਾਂ ਮਾਨਸਿਕ ਪੀੜ ਹੈ ਜਿਹੜੀ ਉਹਦੇ 'ਚੋਂ ਕਿਸ ਤਰ੍ਹਾਂ ਗੁਜ਼ਰਦੀ ਆ। ਤੁਸੀਂ ਉਹ ਨਾਟਕ ਪੜ੍ਹਿਆ ਹੀ ਹੋਣਾ। ਤਾਂ ਜਦੋਂ ਉਹ ਜਿਹੜੇ ਪਖੰਡੀ ਬਾਬੇ ਨੇ ਉਹਨਾਂ ਕੋਲ ਜਾਂਦੀ ਹੈ, ਜਦੋਂ ਘਰ ਦੀ ਆਰਥਿਕਤਾ ਬਰਬਾਦ ਹੋ ਜਾਂਦੀ ਹੈ, ਤੋਂ ਪਹਿਲਾਂ ਵਿਆਹ ਤੋਂ ਲੈ ਕੇ ਉਹਦੀਆਂ ਦਾਜ ਦੀਆਂ ਸਮੱਸਿਆਵਾਂ ਤੋਂ ਲੈ ਕੇ, ਤੋਂ ਉਹਦੇ ਜਿਹੜੇ ਅੰਦਰਲੀ ਸਾਈਕੀ ਆ ਉਹਨੂੰ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਉਹਦੇ ਮਾਪੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਮਾਪਿਆਂ ਨੂੰ ਹੈਗਾ ਕਿ ਜਿਹੜੀ ਲੜਕੀ ਆ ਉਹਨੂੰ ਐਜ਼ ਏ ਮਤਲਬ ਟੂਲ, ਪੌੜੀ ਬਣਾ ਕੇ ਵਰਤ ਲਿਆ ਜਾਂਦਾ ਵੀ ਚੱਲ ਤੈਨੂੰ ਬਾਹਰਲਾ ਰਿਸ਼ਤਾ ਮਿਲਦਾ, ਤੂੰ ਚਲੇ ਜਾਏਂਗੀ, ਤੇਰੇ ਭਰਾ ਵੀ ਚਲੇ ਜਾਣਗੇ, ਅਸੀਂ ਵੀ ਆ ਜਾਵਾਂਗੇ, ਠੀਕ ਹੈ। ਸੋ ਇਹ ਜਿਹੜੀਆਂ ਸਾਰੀਆਂ ਉਹਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ, ਤੇ ਜਾਂ ਜਿਹੜੇ ਉਹਦੇ ਅੰਦਰਲੇ ਕਸ਼ਟ ਨੇ, ਤੇ ਉਹਨਾਂ ਨੂੰ ਆਪਣੇ ਨਾਟਕਾਂ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਮਾਗਰ ਸਾਹਿਬ, ਜਿਹੜਾ ਤੁਹਾਡੇ ਨਾਟਕ ਨੇ, ਚਾਹੇ ਉਹ ਪਿੰਜਰੇ ਆ ਜਾਂ ਦੂਸਰਾ ਨਾਟਕ ਵੀ ਆ, ਉਹਨਾਂ ਵਿੱਚ ਜਿਹੜੇ ਨਾਰੀ ਪਾਤਰ ਹੈ ਉਹਨਾਂ ਦਾ ਆਧਾਰ ਕੀ ਹੈ? ਕਿ ਉਹ ਮਤਲਬ ਤੁਹਾਡੇ ਕਾਲਪਨਿਕ ਨੇ ਜਾਂ ਕਿਸੇ ਸੱਚੀ ਘਟਨਾ 'ਤੇ ਆਧਾਰਿਤ ਨੇ? ਦੇਖੋ ਜੀ, ਜਿਹੜਾ ਲਿਟਰੇਚਰ ਹੈ ਜਾਂ ਜਿਹੜਾ ਸਾਹਿਤ ਹੈ, ਇਹ ਨਾ ਤਾਂ ਪੱਤਰਕਾਰੀ ਹੈ, ਠੀਕ ਆ। ਪੱਤਰਕਾਰੀ ਇਹ ਆ ਵੀ ਐਜ਼ ਇਟ ਇਜ਼, ਜਿਵੇਂ ਘਟਨਾ ਵਾਪਰਦੀ ਆ ਤਾਂ ਉਹਨੂੰ ਜੇ ਉਸੇ ਤਰ੍ਹਾਂ ਤੁਸੀਂ ਬਿਆਨ ਕਰਦੇ ਆ, ਠੀਕ ਹੈ, ਇਹ ਪੱਤਰਕਾਰੀ ਹੈ। ਤੇ ਦੂਸਰਾ, ਨਾ ਇਹ ਟੋਟਲੀ ਇਮੈਜੀਨੇਸ਼ਨ ਹੈ, ਕਲਪਨਾ ਹੈ, ਠੀਕ ਹੈ। ਇਹ ਰਿਐਲਿਟੀ ਬੇਸਡ ਨੇ ਜੀ, ਠੀਕ ਹੈ ਜੀ। ਤੇ ਘਟਨਾਵਾਂ ਤੁਹਾਡੇ ਸਾਹਮਣੇ ਵਾਪਰਦੀਆਂ ਨੇ। ਤੁਹਾਡੇ ਕੋਲ ਇੱਕ ਘਟਨਾ ਪਈ ਹੈ, ਤੁਹਾਡੀਆਂ ਅੱਖਾਂ ਸਾਹਮਣੇ ਵਾਪਰੀ ਹੈ, ਤੇ ਤੁਸੀਂ ਉਹਨੂੰ ਇੱਕ ਜਿਹੜਾ ਆਰਟ ਵਰਕ ਉਹਦੇ 'ਤੇ ਕਿਵੇਂ ਕਰਨਾ ਹੈ, ਉਹਨੂੰ ਇੱਕ ਸਾਹਿਤ ਦਾ ਹਿੱਸਾ ਕਿਵੇਂ ਬਣਾਉਣਾ, ਉਹਦੇ ਵਿੱਚ ਹੋ ਸਕਦਾ ਥੋੜ੍ਹੀ ਬਹੁਤੀ ਇਮੈਜੀਨੇਸ਼ਨ ਵੀ ਹੋਵੇ, ਉਹਦੇ ਵਿੱਚ ਅਸਲੀਅਤ ਵੀ ਹੋਊਗੀ, ਉਹਦੇ ਵਿੱਚ ਰਾਈਟਰ ਜਾਂ ਜਿਹੜਾ ਲੇਖਕ ਉਹ ਕੀ ਕਹਿਣਾ ਚਾਹੁੰਦਾ ਉਹ ਵੀ ਹੋਊਗਾ, ਉਹਦੇ ਵਿੱਚ ਇੱਕ ਸੰਦੇਸ਼ ਵੀ ਹੋਊਗਾ, ਠੀਕ ਹੈ। ਸੋ ਜਦੋਂ ਉਹ ਪੀਸ ਬਣ ਜਾਂਦਾ ਹੈ, ਸੋ ਫਿਰ ਉਹ ਸਾਹਿਤ ਹੈ, ਸਾਹਿਤ ਦਾ ਹਿੱਸਾ ਹੈ, ਨਾਟਕ ਹੈ ਜੀ। ਹਾਂਜੀ, ਠੀਕ ਹੈ ਜੀ। ਇੱਕ ਨਾ ਸਾਹਿਤ ਵਿੱਚ ਅਤੇ ਖਾਸ ਕਰਕੇ ਨਾਟਕ ਵਿੱਚ ਜਿਹੜਾ ਹੈਗਾ, ਇੱਕ ਖਾਸ ਕਿਸਮ ਦੀ ਟਰਮ ਯੂਜ਼ ਕਰਦੇ ਹਾਂ ਆਪਾਂ, ਉਹ ਟਰਮ ਹੈ ਮੇਲ ਗੇਜ਼। ਮੈਂ ਥੋੜ੍ਹਾ ਜਿਹਾ ਇਹਨੂੰ ਐਲੈਬੋਰੇਟ ਕਰਦਾ ਕਿ ਉਹਦੇ ਵਿੱਚ ਔਰਤ ਪਾਤਰ ਦੀ ਜਿਹੜੀ ਸਿਰਜਣਾ ਕੀਤੀ ਜਾਂਦੀ ਹੈ, ਉਹ ਮੇਲ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ। ਉਹਦੀ ਸਿਰਜਣਾ ਮੇਲ ਦੀ ਅੱਖ ਤੋਂ ਮੁੱਖ ਰੱਖ ਕੇ ਕੀਤੀ ਜਾਂਦੀ ਹੈ, ਵੀ ਉਹ ਮੇਲ ਦੀ ਅੱਖ ਨੂੰ ਚੰਗਾ ਲੱਗਦਾ ਹੈ ਕਿ ਨਹੀਂ ਕਰ ਲੱਗਦਾ ਹੈ। ਕੀ ਤੁਹਾਡੇ ਨਾਰੀ ਪਾਤਰ, ਤੁਸੀਂ ਵੀ ਆਪਣੇ ਨਾਰੀ ਪਾਤਰ ਦੀ ਸਿਰਜਣਾ ਉਸੇ ਮੇਲ ਗੇਜ਼ ਨੂੰ ਮੁੱਖ ਰੱਖ ਕੇ ਕਰਦੇ ਹੋ? ਨਹੀਂ, ਬਿਲਕੁਲ ਨਹੀਂ। ਸੋ ਮੈਂ ਤਾਂ ਮਤਲਬ ਸਗੋਂ ਜਿਹੜਾ ਬੰਦੇ ਦੀਆਂ ਇਸ ਤਰ੍ਹਾਂ ਦੀਆਂ ਉਹਦੀ ਸੋਚ ਬਣੀ ਹੋਈ ਹੈ,
ਕਿ ਵੀ ਜਿਹੜਾ ਔਰਤ ਦਾ ਪਾਤਰ ਹੈ ਉਹ ਉਸੇ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਮੈਂ ਸੋਚਦਾ ਹੈ, ਠੀਕ। ਤੇ ਉਸੇ ਤਰ੍ਹਾਂ ਦਾ ਉਹਦਾ ਕਿਰਦਾਰ ਹੋਣਾ ਚਾਹੀਦਾ। ਤਾਂ ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਮੈਂ ਆਪਣੇ ਨਾਟਕਾਂ 'ਚ ਵੀ ਜੀ, ਕਿਉਂਕਿ ਆਪਾਂ ਨਾਟਕਾਂ ਦੀ ਗੱਲ ਕਰ ਰਹੇ, ਕਹਾਣੀ ਦੀ ਨਹੀਂ ਕਰ ਰਹੇ, ਉਹਦੇ ਵਿੱਚ ਵੀ ਮੈਂ ਇਹੀ ਸੋਚਦਾ। ਮੈਂ ਮਤਲਬ ਇੱਕ ਔਰਤ ਜੋ ਅੰਦਰੋਂ ਚਾਹੁੰਦੀ ਹੈ, ਇੱਕ ਔਰਤ ਦੇ ਜੋ ਸੁਪਨੇ ਨੇ, ਇੱਕ ਤਾਂ ਉਹ ਹੈ ਜੋ ਕੁਛ ਉਹ ਸਮਾਜ ਦੀ ਪਾਲਣਾ ਕਰਦੀ ਹੈ, ਇੱਕ ਉਹਦੇ ਆਪਣੇ ਅੰਦਰਲਾ ਸੰਸਾਰ ਹੈ, ਉਹ ਕੀ ਚਾਹੁੰਦੀ ਹੈ। ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਉਹਦੀਆਂ ਅੰਦਰ ਦੱਬੀਆਂ ਹੋਈਆਂ ਭਾਵਨਾਵਾਂ ਪਈਆਂ ਨੇ, ਜਿਹੜੀਆਂ ਕਿਤੇ ਉਜਾਗਰ ਨਹੀਂ ਹੋ ਸਕੀਆਂ, ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ, ਉਹ ਕਿਸ ਤਰ੍ਹਾਂ ਦਾ ਹਸਬੈਂਡ ਚਾਹੁੰਦੀ ਸੀ, ਉਹ ਕਿਸ ਤਰ੍ਹਾਂ ਦੀ ਲਾਈਫ ਚਾਹੁੰਦੀ ਸੀ, ਮੈਂ ਚਾਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਉਹਨਾਂ ਨੂੰ ਕਿਸੇ ਡਾਇਲੌਗ ਰਾਹੀਂ ਜਾਂ ਉਹਦੇ ਤੋਂ ਅਖਵਾ ਸਕਾਂ। ਤੁਸੀਂ ਜਾਣਦੇ ਹੋ ਕਿ ਨਾਰੀਵਾਦੀ ਵਿਚਾਰਧਾਰਾ ਸਾਹਿਤ ਵਿੱਚ ਇੱਕ ਪ੍ਰਮੁੱਖ ਸਥਾਨ ਰੱਖਦੀ ਹੈ। ਬਿਲਕੁਲ। ਤੁਹਾਡੇ ਮੁਤਾਬਿਕ ਇਸ ਅਹਿਮ ਵਿਚਾਰਧਾਰਾ ਦੀ ਜ਼ਰੂਰਤ ਕਿਉਂ ਪਈ? ਮੈਂ ਸੋਚਦਾ, ਮੈਂ ਇਹਦੇ ਬਾਰੇ ਇੱਕ ਆਰਟੀਕਲ ਵੀ ਲਿਖਿਆ ਸੀ। ਮੈਂ ਸੋਚਦਾ ਕੋਈ ਸਮਾਂ ਸੀ, ਦੇਖੋ ਔਰਤ ਨੇ ਕਾਫੀ ਜਿਹੜਾ ਵਿਤਕਰਾ ਝੱਲਿਆ, ਠੀਕ ਹੈ। ਜਿਵੇਂ ਸਾਡਾ ਜਿਹੜਾ ਸਮਾਜ ਰਿਹਾ ਇੱਕ ਲੰਮੇ ਅਰਸੇ ਤੋਂ, ਮੈਂ ਮੁੱਢ ਤੋਂ ਨਹੀਂ ਕਹਿੰਦਾ, ਪਹਿਲਾਂ ਜੇ ਆਪਾਂ ਪਿਛਲਾ ਜਿਹੜਾ ਸਮਾਂ ਦੇਖੀਏ, ਬਹੁਤ ਪੁਰਾਣਾ ਸਮੇਂ ਦੀ ਮੈਂ ਗੱਲ ਕਰਦਾ, ਤਾਂ ਉਦੋਂ ਜਿਹੜੇ ਔਰਤ ਪ੍ਰਧਾਨ ਪਰਿਵਾਰ ਹੁੰਦੇ ਸੀਗੇ, ਠੀਕ ਹੈ। ਔਰਤ ਘਰ ਦੀ ਮੁਖੀ ਹੁੰਦੀ ਸੀ, ਔਰਤ ਘਰ ਨੂੰ ਚਲਾਉਂਦੀ ਸੀ। ਫਿਰ ਇੱਕ ਅਜਿਹਾ ਸਮਾਂ ਆਇਆ ਜਦੋਂ ਜਿਹੜਾ ਮਰਦ ਡੋਮੀਨੇਸ਼ਨ ਜਿਹੜੀ ਹੈਗੀ ਉਹ ਭਾਰੂ ਹੋ ਗਈ, ਤਾਂ ਔਰਤ ਨੇ ਬਹੁਤ ਵਿਤਕਰਾ ਜਿਹੜਾ ਉਹ ਝੱਲਿਆ ਹੈਗਾ। ਲੇਕਿਨ ਹੁਣ ਜਿਹੜਾ ਹੈਗਾ ਉਹ ਜ਼ਮਾਨਾ ਜਿਹੜਾ ਬਿਲਕੁਲ ਬਦਲ ਚੁੱਕਿਆ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਵੀ ਔਰਤ ਤੇ ਮਰਦ ਨੇ ਜਿਹੜੇ ਉਹ ਬਰਾਬਰ ਨੇ, ਔਰ ਤੁਸੀਂ ਸਮਾਜ ਦੇ ਵਿੱਚ ਦੇਖੋਗੇ ਕਿ ਇਕੱਲੀ ਔਰਤ ਹੀ ਪੀੜਤ ਨਹੀਂ, ਤੁਹਾਨੂੰ ਬਹੁਤ ਸਾਰੇ ਮਰਦ ਅੱਜ ਦੇ ਜ਼ਮਾਨੇ 'ਚ ਅਜਿਹੇ ਵੀ ਮਿਲਣਗੇ ਜੋ ਔਰਤ ਤੋਂ ਪੀੜਤ ਨੇ, ਔਰਤਾਂ ਤੇ ਜ਼ੁਲਮ ਕਰ ਰਹੀਆਂ ਨੇ, ਔਰਤਾਂ ਨੂੰ ਕੰਟਰੋਲ ਕਰ ਰਹੀਆਂ ਨੇ, ਔਰਤਾਂ ਉਹਨਾਂ ਦੀ ਗੱਲ-ਗੱਲ ਤੇ ਬੇਇੱਜ਼ਤੀ ਕਰ ਰਹੀਆਂ ਨੇ। ਤਾਂ ਇਹੋ ਜਿਹੇ ਪਾਤਰ ਤੁਸੀਂ ਆਮ ਪਿੰਡਾਂ ਦੇ ਵਿੱਚ ਵੀ ਦੇਖੋਗੇ, ਠੀਕ ਹੈ। ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਉਹਨਾਂ ਨੂੰ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਰਹੀ। ਸੋ ਇਹ ਹੈ ਅੱਜ ਦਾ ਜਿਹੜਾ ਜ਼ਮਾਨਾ ਹੈ, ਉਹ ਇਹ ਕਹਿ ਕਿ ਨਾ ਤਾਂ ਅੱਜ ਜਿਹੜਾ ਹੈਗਾ ਉਹ ਮਰਦ ਪ੍ਰਧਾਨਤਾ ਦੀ ਗੱਲ ਹੋਣੀ ਚਾਹੀਦੀ ਹੈ, ਨਾ ਅੱਜ ਜਿਹੜੀ ਹੈਗੀ ਆ ਉਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਨਾਰੀਵਾਦ ਦੀ ਗੱਲ ਹੋਣੀ ਚਾਹੀਦੀ ਹੈ। ਅੱਜ ਤਾਂ ਮਤਲਬ ਇਹ ਜਿਹੜਾ ਹੈਗਾ, ਜੇ ਬਰਾਬਰ ਦਾ ਸਮਾਜ ਹੈ ਤਾਂ ਸਾਨੂੰ ਜਿਹੜੀ ਉਹਦੀ ਕਰੈਕਟਰ ਵਾਈਜ਼, ਕਿ ਉਹ ਕਰੈਕਟਰ ਕਿਵੇਂ ਨਿਭਦਾ ਹੈਗਾ, ਉਹ ਦੂਜੇ ਪਾਤਰ ਨੂੰ, ਦੂਜਾ ਜਿਹੜਾ ਉਹਦਾ ਸਾਥੀ ਹੈ, ਉਹਨੂੰ ਕਿਸ ਤਰ੍ਹਾਂ ਪੇਸ਼ ਕਰਦਾ, ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਅੱਜ ਹੁਣ ਇਹ ਸਮਾਂ ਆ ਗਿਆ ਕਿ ਸਾਨੂੰ ਸਾਹਿਤ ਨੂੰ ਇਸ ਗੱਲ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਇਹ ਸਾਹਿਤ ਹੈ ਜਿਹੜਾ ਨਾਰੀ ਪ੍ਰਧਾਨ ਹੈ ਜਾਂ ਮਰਦ ਪ੍ਰਧਾਨ ਹੈ, ਜਾਂ ਇਸ ਚੀਜ਼ ਤੋਂ ਮੈਂ ਇਸ ਚੀਜ਼ ਨਾਲ ਬਹੁਤ ਹੁਣ ਸਹਿਮਤ ਨਹੀਂ। ਓਕੇ। ਜਿਹੜਾ ਮਾਨ ਸਾਹਿਬ ਨਾਰੀ, ਆਪਾਂ ਕਿਉਂਕਿ ਮੇਰਾ ਜਿਹੜਾ ਥੀਸਿਸ ਦਾ ਕੰਟੈਂਟ ਹੈਗਾ ਉਹ ਨਾਰੀ ਦੇ ਨਾਲ ਜੁੜਿਆ ਹੋਇਆ, ਨਾਰੀ ਪਾਤਰਾਂ ਦੇ ਨਾਲ ਜੁੜਿਆ। ਸੋ ਮੋਸਟਲੀ ਮੇਰੀ ਗੱਲਬਾਤ ਦਾ ਜਿਹੜਾ ਧੁਰਾ ਹੈਗਾ ਉਹ ਨਾਰੀ ਦੇ ਇਰਦ ਗਿਰਦ, ਉਸ ਨਾਰੀ ਪਾਤਰਾਂ ਦੇ ਇਰਦ ਗਿਰਦ ਹੀ ਰਹੇਗਾ, ਜਾਂ ਉਹਦੀ ਸਮਾਜਿਕ ਸਥਿਤੀ ਪ੍ਰਸਥਿਤੀ ਬਾਰੇ ਰਹੇਗਾ। ਜਦੋਂ ਨਾਰੀਵਾਦੀ ਵਿਚਾਰਧਾਰਾ ਦੇ ਆਪਾਂ ਗੱਲ ਕਰਦੇ ਹਾਂ ਤਾਂ ਉਹਦੀਆਂ ਕਈ ਕਿਸਮ ਦੀਆਂ ਨੇ, ਕਈ ਸ਼ਾਖਾਵਾਂ ਨੇ, ਹਨ। ਜਿਵੇਂ ਉਹਦੇ ਵਿੱਚ ਆਪਣੇ ਕੋਲ ਉਦਾਰਵਾਦੀ ਨਾਰੀਵਾਦ ਹੈ, ਮਾਰਕਸਵਾਦੀ ਨਾਰੀਵਾਦ ਹੈ, ਜਾਂ ਸਮਾਜਵਾਦੀ ਨਾਰੀਵਾਦ ਹੈ। ਤੁਹਾਡਾ ਜਿਹੜਾ ਨਾਟਕ ਆਪਣਾ ਹੈਗਾ ਪਿੰਜਰੇ, ਜੇ ਮੈਂ ਉਹਨੂੰ ਹੀ ਫੋਕਸ ਕਰਕੇ ਗੱਲ ਕਰਾਂ ਤਾਂ ਉਹਦੀ ਜਿਹੜੀ ਨਾਰੀ ਹੈਗੀ ਆ, ਉਹ ਇਸ ਨਾਰੀਵਾਦੀ ਕਿਹੜੀ ਵਿਚਾਰਧਾਰਾ ਦੇ ਜ਼ਿਆਦਾ ਨਿਕਲਦੀ ਹੈ? ਮਾਰਕਸਵਾਦੀ ਹੈ, ਉਦਾਰਵਾਦੀ ਹੈ, ਜਾਂ ਮਤਲਬ ਸਮਾਜਵਾਦੀ ਹੈ, ਜਾਂ ਕੋਈ ਹੋਰ ਇਸ ਕਿਸਮ ਦੇ ਜਿਹੜੇ ਹੈਗੇ ਆ? ਦੇਖੋ, ਜੇ ਤਾਂ ਦੇਖੋ ਮੇਰੇ ਜਿਹੜੇ ਪਾਤਰ ਨੇ, ਜਿਵੇਂ ਹੁਣ ਆਪਾਂ, ਜਿਵੇਂ ਤੁਸੀਂ ਤਿੰਨ ਮਤਲਬ ਮੈਨੂੰ ਵਿਚਾਰਧਾਰਾ ਦਿੱਤੀਆਂ ਨੇ, ਮਾਰਕਸਵਾਦੀ, ਠੀਕ ਆ। ਹੁਣ ਜਿਹੜੀ ਪੰਜਾਬੀ ਨਾਰੀ ਹੈ ਜਿਹੜੀ ਮੇਰੇ ਨਾਟਕਾਂ 'ਚ ਪੇਸ਼ ਹੋ ਰਹੀ ਹੈ, ਉਹਨੂੰ ਤਾਂ ਮਾਰਕਸਵਾਦ ਦਾ ਬਹੁਤਾ ਪਤਾ ਹੀ ਨਹੀਂਗਾ, ਠੀਕ ਆ। ਉਹ ਇੱਕ ਘਰੇਲੂ ਸੁਆਣੀ ਹੈ, ਆਮ ਵਿਚਰਦੀ ਹੈ, ਠੀਕ ਹੈ। ਕਿਤੇ ਵੀ ਉਹ ਨਾਅਰਾ ਨਹੀਂ ਲਾਉਂਦੀ, ਕਿਤੇ ਕੁਛ ਨਹੀਂ ਕਰਦੀ। ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਮਾਜਵਾਦੀ ਹੈ, ਸਮਾਜਵਾਦੀ ਆਪਾਂ ਕਹਿ ਸਕਦੇ ਹਾਂ ਵੀ ਉਹ ਕਿਸੇ ਸਮਾਜ ਦੀ ਬਰਾਬਰਤਾ ਲਈ ਲੜਦੀ ਹੈ, ਠੀਕ ਹੈ। ਉਹ ਤਾਂ ਆਪਣੇ ਲਈ ਲੜਦੀ ਹੈ। ਮੈਂ ਮਤਲਬ ਇਹ ਮਹਿਸੂਸ ਕਰਦਾ ਵੀ ਉਹਦੇ ਵਿੱਚ ਇਹ ਸਾਰੇ ਅੰਸ਼ ਹੋ ਸਕਦੇ ਨੇ। ਕਿਤੇ ਉਹ ਬਗਾਵਤ ਵੀ ਕਰਦੀ ਹੈ, ਕਿਤੇ ਉਹ ਮਤਲਬ ਸਮਾਜ ਦੇ ਵਿੱਚ ਰਿਸਪੈਕਟ ਲੈਣ ਲਈ ਸੰਘਰਸ਼ ਕਰਦੀ ਹੈ, ਠੀਕ ਹੈ। ਤਾਂ ਮੈਂ ਇਹਨੂੰ ਕਿਸੇ ਆਪਣੇ ਜਿਹੜੇ ਮੇਰੇ ਕਰੈਕਟਰ ਨੇ, ਮੈਂ ਬਾਕੀਆਂ ਦੀ ਨਹੀਂ ਗੱਲ ਕਰਦਾ, ਮੈਂ ਉਹਨੂੰ ਕਿਸੇ ਇੱਕ ਪੱਖ ਨਾਲ ਨਹੀਂ ਜੋੜ ਕੇ ਦੇਖਦਾ। ਤਾਂ ਮੈਂ ਸੋਚਦਾ ਕਿ ਸਮੇਂ ਜਿਵੇਂ ਉਹਦੀ ਸੋਚ ਹਾਲਾਤਾਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ, ਤਾਂ ਉਹਦੇ ਵਿੱਚੋਂ ਕੋਈ ਵੀ ਅੰਸ਼ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ, ਦੇਖਿਆ ਜਾ ਸਕਦਾ ਹੈ।
ਤੇ ਕਈ ਵਾਰ ਉਹ ਬਗਾਵਤ ਤੇ ਉਤਰਦੀ ਹੈ, ਆਪਦੀ ਹੋਂਦ ਲਈ ਫਾਈਟ ਕਰਦੀ ਹੈ, ਠੀਕ ਹੈ। ਤਾਂ ਉਹ ਜਿਹੜੀ ਉਹਦੀ ਬਗਾਵਤ ਹੈ ਉਹ ਉਹਨੂੰ ਮਾਰਕਸਵਾਦ ਨਾਲ ਵੀ ਜੋੜ ਸਕਦੀ ਹੈ, ਠੀਕ ਹੈ। ਜਦੋਂ ਉਹ ਆਪਣੇ ਹੱਕ ਮੰਗਦੀ ਹੈ, ਰਿਸਪੈਕਟ ਨਾਲ ਜਿਉਣ ਦੀ ਗੱਲ ਕਰਦੀ ਹੈ ਸਮਾਜ ਦੇ ਵਿੱਚ, ਜਾਂ ਸਮਾਜ ਦੀ ਬਰਾਬਰੀ ਚਾਹੁੰਦੀ ਹੈ, ਤਾਂ ਉਦੋਂ ਸਮਾਜਵਾਦੀ ਵੀ ਹੋ ਸਕਦੀ ਹੈ। ਤੇ ਤੀਸਰਾ ਜਿਹੜਾ ਤੁਸੀਂ ਦੱਸਿਆ ਉਦਾਰਵਾਦੀ ਤਾਂ ਔਰਤ ਹੁੰਦੀ ਉਹ ਹੈ, ਠੀਕ। ਮੈਨੂੰ ਤੁਹਾਡਾ ਸਹੀ ਹੈ ਜਿਹੜਾ ਪੁਆਇੰਟ ਹੈ ਤੁਸੀਂ ਕਿਹਾ, ਬਟ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਜਿਹੜੀ ਮਾਰਕਸਵਾਦੀ ਨਾਰੀਵਾਦ ਹੈਗਾ, ਉਹਦਾ ਇੱਕ ਮਤਲਬ ਵਾਦ ਦੇ ਹੀ ਗੱਲ ਕਰਦੇ ਆਪਾਂ, ਨਾਰੀ ਪਾਤਰ ਨੂੰ ਵਾਦ ਦੇ ਵਿੱਚ ਲੈ ਕੇ ਜਾਣਾ। ਜੇ ਨਾਰੀ ਆਪਣੇ ਹੱਕ ਲਈ ਬਗਾਵਤ ਕਰ ਰਹੀ ਹੈ, ਦੈਟਸ ਮੀਨ ਕਿ ਉਹ ਮਾਰਕਸਵਾਦੀ ਨਾਰੀਵਾਦੀ ਉਸ ਨੂੰ ਡੂ ਕਰ ਰਹੀ ਹੈ। ਜੀ ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਪਾਤਰ ਜ਼ਿਆਦਾ ਜਿਹੜੇ ਹੈਗੇ, ਜਿਹੜੇ ਆਪਣੀ ਹੋਂਦ ਲਈ ਲੜ ਰਹੇ ਆ ਜਾਂ ਬਗਾਵਤ ਵੀ ਕਰਦੇ ਆ, ਜਾਂ ਉਹ ਬਾਅਦ ਦੇ ਵਿੱਚ ਇੱਕ ਵਿਕਟਰੀ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਂਦੇ, ਜੋ ਵੀ ਨਹੀਂ ਸਾਡਾ ਹੱਕ ਹੈਗਾ। ਜੇ ਆਪਾਂ ਐਂ ਵੀ ਕਹਿੰਦੇ ਵੀ ਜਿਉਣਾ ਸਾਡਾ ਹੱਕ ਆ, ਜੇ ਨਾਰੀ ਉਹ ਇਸ ਗੱਲ ਲਈ ਸਾਰੀਆਂ ਉਹਨਾਂ ਬਲਗਨਾਂ ਚੋਂ ਬਾਹਰ ਨਿਕਲ ਕੇ ਗੱਲ ਕਰ ਰਹੀ ਹੈ ਕਿ ਮੈਂ ਜਿਉਣਾ ਚਾਹੁੰਦੀ ਹਾਂ, ਮਤਲਬ ਤੁਹਾਡੀਆਂ ਆਦਕਿਆਂ ਨੂੰ ਸੀ ਚੀਜ਼ਾਂ ਨੂੰ ਬੰਦ ਕਰਕੇ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਕਿਸੇ ਨਾ ਕਿਸੇ ਨਾਰੀਵਾਦ ਜਿਹੜਾ ਹੈਗਾ ਤਿੰਨਾਂ ਚਾਰਾਂ ਪੰਜਾਂ ਛੇਆਂ ਚੋਂ ਇਹ ਬਹੁਤ ਨੇ, ਤੇ ਉਹਨਾਂ ਵਿੱਚੋਂ ਕਿਤੇ ਨਾ ਕਿਤੇ ਜ਼ਰੂਰ ਫਿੱਟ ਹੈ। ਬਿਲਕੁਲ ਖੜਦੀ ਆ ਉਹ, ਮਤਲਬ ਉਹਨੂੰ ਤੁਸੀਂ ਪਰਿਸਥਿਤੀਆਂ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ। ਹਾਂਜੀ। ਤੁਹਾਡਾ ਨਾਰੀ ਪਾਤਰ ਜਿਸ ਮਨੋਵਿਗਿਆਨਿਕ ਸਥਿਤੀ ਵਿੱਚੋਂ ਗੁਜ਼ਰਦਾ ਹੈ, ਉਸ ਮੁਤਾਬਿਕ ਉਹ ਪੂੰਜੀਪਤੀ ਢਾਂਚੇ ਦੀ ਇੱਕ ਅਹਿਮ ਚੂਲ ਮਰਦ ਪ੍ਰਧਾਨ ਸਮਾਜ ਦਾ ਸ਼ਿਕਾਰ ਹੈ। ਕੀ ਤੁਹਾਡਾ ਨਾਰੀ ਪਾਤਰ ਸਿਰਫ ਇਸ ਮਰਦ ਪ੍ਰਧਾਨ ਸਮਾਜ ਤੋਂ ਹੀ ਛੁਟਕਾਰਾ ਚਾਹੁੰਦਾ ਹੈ, ਜਾਂ ਇਸ ਦੀ ਜੜ ਨੂੰ ਹੀ ਪੁੱਟਣਾ ਚਾਹੁੰਦਾ ਹੈ? ਜੇਕਰ ਹਾਂ ਤਾਂ ਕਿਵੇਂ? ਤੁਹਾਡਾ ਜਿਹੜਾ ਸਵਾਲ ਹੈਗਾ ਬਿਲਕੁਲ ਇਹ ਜਾਇਜ਼ ਹੈ। ਮਤਲਬ ਜਿੱਦਾਂ ਸਾਡੀ ਜਿਹੜੀ ਔਰਤ ਹੈ ਨਾ, ਉਹ ਅਜੇ ਇਸ ਲੈਵਲ ਤੇ ਨਹੀਂ ਪਹੁੰਚੀ ਕਿ ਉਹ ਮਰਦ ਨੂੰ ਟੋਟਲੀ ਦਰਕਨਾਰ ਕਰ ਦੇਵੇ, ਠੀਕ ਹੈ। ਮੇਰੇ ਜਿਹੜੇ ਨਾਟਕਾਂ ਦੀ ਜਿਹੜੀ ਨਾਰੀ ਪਾਤਰ ਹੈ, ਉਹ ਮਰਦ ਨਾਲ ਮਤਲਬ ਬਰਾਬਰੀ ਚਾਹੁੰਦੀ ਹੈ, ਠੀਕ ਹੈ। ਨਾ ਉਹ ਚਾਹੁੰਦੀ ਹੈ ਵੀ ਉਹ ਟੋਟਲੀ ਜਿਹੜਾ ਮਰਦ ਦਾ ਗਲਵਾ ਹੋਵੇ, ਤੇ ਨਾ ਉਹ ਚਾਹੁੰਦੀ ਹੈ ਕਿ ਮਰਦ ਨੂੰ ਬਿਲਕੁਲ ਥੱਲੇ ਲਾ ਦਿਓ ਤੇ ਔਰਤ ਦਾ ਗਲਵਾ ਹੋਵੇ, ਠੀਕ ਹੈ। ਤਾਂ ਉਹ ਚਾਹੁੰਦੀ ਹੈ ਵੀ ਜੇ ਘਰ ਦੇ ਵਿੱਚ ਮਤਲਬ ਉਹਨਾਂ ਦਾ ਸਤਿਕਾਰ ਹੈ, ਰਿਸਪੈਕਟ ਹੈ, ਜਾਂ ਮਤਲਬ ਜ਼ਿੰਮੇਵਾਰੀਆਂ ਨੇ, ਉਹ ਬਰਾਬਰ ਦੀਆਂ ਹੋਣ। ਤੇ ਮੈਂ ਤਾਂ ਇਹੀ ਮਹਿਸੂਸ ਕਰਦਾ, ਮੇਰੇ ਪਾਤਰ ਵੀ ਸ਼ਾਇਦ ਇਹੀ ਮਹਿਸੂਸ ਕਰਦੇ ਨੇ ਵੀ ਉਹਨਾਂ ਨੂੰ ਜਿਹੜਾ ਬਰਾਬਰ ਦਾ ਸਥਾਨ ਆ ਉਹ ਮਿਲਣਾ ਚਾਹੀਦਾ, ਨਾ ਕਿ ਮਤਲਬ ਇੱਕ ਦੂਸਰੇ ਨੂੰ ਡੋਮੀਨੇਟ ਕਰਨਾ, ਉੱਚਾ ਜਾਂ ਨੀਵਾਂ ਦਿਖਾਉਣਾ। ਹਾਂਜੀ ਹਾਂਜੀ, ਠੀਕ ਹੈ ਗੱਲ ਤੁਹਾਡੀ। ਮੇਰਾ ਥੋੜਾ ਜਿਹਾ ਇਹ ਸਵਾਲ ਇਹਦੇ 'ਚ ਥੋੜਾ ਜਿਹਾ ਮੈਂ ਹੋਰ ਕਿ ਜਿਹੜਾ ਜਿੰਨਾ ਚਿਰ ਤੱਕ ਇੱਕ ਸਿਸਟਮ ਦੇ ਵਿੱਚ ਇੱਕ ਵਿਚਾਰਧਾਰਾ ਦੇ ਮੁਤਾਬਿਕ ਇਹ ਮੰਨਿਆ ਜਾਂਦਾ ਹੈ ਕਿ ਜਿੰਨਾ ਚਿਰ ਤੱਕ ਪੂੰਜੀਪਤੀ ਢਾਂਚਾ ਹੈਗਾ ਵਾ, ਉਨੇ ਚਿਰ ਤੱਕ ਆਪਾਂ ਬਰਾਬਰਤੀ ਦੀ ਗੱਲ ਨਹੀਂ ਕਰ ਸਕਦੇ, ਕਿ ਉਹ ਬਰਾਬਰਤਾ ਹੋਣੀ ਮੁਸ਼ਕਲ ਹੈਗੀ ਆ। ਤੇ ਮੇਰਾ ਸਵਾਲ ਇਹ ਸੀਗਾ ਕਿ ਜਿਹੜੀ ਆਪਣੇ ਨਾਟਕਾਂ ਦੀ ਨਾਰੀ ਪਾਤਰ ਜਿਹੜੀ ਹੈਗੀ ਆ, ਉਹ ਸਟਰਗਲ ਇਸ ਕਰਕੇ ਇੰਨੀ ਕੁ ਸਟਰਗਲ ਕਰਨਾ ਚਾਹੁੰਦੀ ਹੈ ਵੀ ਮੈਂ ਬਰਾਬਰਤਾ ਦੇ ਆ ਜਾਵਾਂ, ਜਾਂ ਇੰਨਾ ਕੁ ਸਟਰਗਲ ਕਰਨਾ ਚਾਹੁੰਦੀ ਹੈ ਕਿ ਇਸ ਸਿਸਟਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਰੀ ਦੀ ਬਰਾਬਰ, ਇੱਕ ਤਾਂ ਉਹ ਆਪਣੇ ਲਈ ਲੜ ਰਹੀ ਹੈ, ਇੱਕ ਉਹ ਸੁਸਾਇਟੀ ਨੂੰ, ਸਮਾਜ ਨੂੰ ਬਰਾਬਰ ਕਰਨ ਲਈ ਵੀ ਲੜ ਰਹੀ ਹੈ, ਕਿ ਇਹ ਹੈਗੀਆਂ ਜਾਂ ਉਹ ਸਿਰਫ ਆਪਣੇ ਲਈ ਲੜ ਰਹੀ ਹੈ, ਜਾਂ ਸੁਸਾਇਟੀ ਨੂੰ ਬਰਾਬਰ ਕਰਨ ਲਈ ਵੀ ਲੜਾਈ ਜਾਂਦੀ ਹੈ? ਇਹ ਦੋਨੋਂ ਚੀਜ਼ਾਂ ਨੇ। ਮੈਂ ਹੁਣ ਮਤਲਬ ਜਿੱਥੇ ਬੈਠ ਕੇ ਹੁਣ ਆਪਾਂ ਨਾਟਕ ਲਿਖਿਆ ਜਾਂ ਜਿਹੜੇ ਮੁਲਕ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਸੋ ਇਹਦੇ ਵਿੱਚ ਔਰਤਾਂ ਦਾ ਲੰਬਾ ਸੰਘਰਸ਼ ਹੈ। ਤਾਂ ਇੱਥੇ ਇੰਗਲੈਂਡ ਦੇ ਵਿੱਚ ਵੀ ਲਾ ਲਓ ਜਾਂ ਇੱਥੇ ਕੈਨੇਡਾ 'ਚ ਲਾ ਲਓ, ਜਦੋਂ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਆਇਆ, ਤਾਂ ਉਸ ਤੋਂ ਬਾਅਦ ਜਿਹੜੀ ਔਰਤ ਤੇ ਮਰਦ ਦੀ ਪੇ ਸੀ ਉਹ ਵੱਖਰੀ ਸੀ। ਤਾਂ ਇਹ ਸੋਚਿਆ ਜਾਂਦਾ ਸੀ ਕਿ ਔਰਤ ਆ ਜਿਹੜੀ ਉਹ ਫਿਜ਼ੀਕਲੀ ਬੰਦੇ ਨੂੰ ਕਮਜ਼ੋਰ ਹੈ, ਉਹ ਉਹਨਾਂ ਕੰਮ ਨਹੀਂ ਕਰ ਸਕਦੀ। ਸੋ ਔਰਤਾਂ ਨੇ ਸੰਘਰਸ਼ ਕੀਤਾ, ਸੋ ਇਹਨਾਂ ਪਾਤਰਾਂ ਨੇ ਸੰਘਰਸ਼ ਕੀਤਾ। ਸੋ ਇਹ ਕਰਕੇ ਮਤਲਬ ਅੱਜ ਜਿੱਥੇ ਅਸੀਂ ਖੜੇ ਹਾਂ, ਉੱਥੇ ਤੁਸੀਂ ਇਹ ਵਿਤਕਰਾ ਨਹੀਂ ਕਰ ਸਕਦੇ। ਤੁਸੀਂ ਕੰਮ ਤੇ ਨਹੀਂ ਇਹ ਕਹਿ ਸਕਦੇ ਕਿ ਇਹ ਔਰਤ ਹੈ, ਇਹ ਫਿਜ਼ੀਕਲੀ ਕਮਜ਼ੋਰ ਹੈ ਤੇ ਇਹਨੂੰ ਘੱਟ ਪੇ ਦੇਣੀ ਹੈ, ਠੀਕ ਆ। ਇਹ ਕਰ ਨਹੀਂ ਸਕਦੇ। ਇਹ ਹੱਕ ਹੀ ਨਹੀਂ ਲਏ ਨੇ, ਇਹ ਔਰਤਾਂ ਨਹੀਂ ਲਏ ਨੇ। ਸੋ ਇਹ ਔਰਤਾਂ ਚਾਹੇ ਸਾਡੇ ਸਮਾਜ ਦੇ ਵਿੱਚ ਵਿਚਰਦੀਆਂ ਨੇ, ਚਾਹੇ ਸਾਡੇ ਨਾਟਕਾਂ ਦੇ ਵਿੱਚ ਆ ਜਾਣ ਪਾਤਰ ਬਣ ਕੇ, ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਨੇ, ਬਰਾਬਰੀ ਲਈ ਸੰਘਰਸ਼ ਕਰਦੀਆਂ ਨੇ। ਸੋ ਜਿੱਥੇ ਤੁਸੀਂ ਕਿਹਾ ਕਿ ਪੂੰਜੀਵਾਦ ਦੇ ਵਿੱਚ ਬਰਾਬਰੀ ਨਹੀਂ ਹੋ ਸਕਦੀ, ਸੋ ਇੱਥੇ ਬਰਾਬਰੀ ਹੋਈ ਹੈ। ਇੱਥੇ ਉਹਨੂੰ ਵੋਟ ਪਾਉਣ ਦਾ ਵੀ ਬਰਾਬਰ ਦਾ ਅਧਿਕਾਰ ਹੈ, ਉੱਥੇ ਉਹਨੂੰ ਪਰਿਵਾਰ ਚਲਾਉਣ ਦਾ ਵੀ ਬਰਾਬਰ ਦਾ ਅਧਿਕਾਰ ਹੈ। ਹਾਂ, ਅਜੇ ਇੱਕ ਚੀਜ਼ ਹੈਗੀ ਹੈ, ਉਹਦੀ ਜਿਹੜੀ ਫੈਮਿਲੀ ਹੈ ਨਾ, ਜਿਹੜੀ ਉਹ ਅਜੇ ਫਾਦਰ ਦੇ ਨਾਂ ਨਾਲ ਚੱਲਦੀ ਹੈ, ਉਹਦਾ ਲਾਸਟ ਨੇਮ ਮਤਲਬ ਉਹਦੇ ਹਸਬੈਂਡ ਦੇ ਨਾਂ ਨਾਲ ਚੱਲਦਾ। ਥੋੜ੍ਹੀਆਂ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਔਰਤ ਨੂੰ ਹਾਂ ਬਰਾਬਰਤਾ ਨਹੀਂ ਦਿੰਦੀਆਂ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਤੇ ਔਰਤ ਜਿਹੜੇ ਹੱਕ ਹਾਸਲ ਵੀ ਕਰ ਲਏਗੀ, ਲੇਕਿਨ
ਜਿਹੜੀਆਂ ਮੇਰੇ ਨਾਟਕਾਂ ਦੇ ਵਿੱਚ ਪਾਤਰ ਨੇ, ਮਤਲਬ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ ਜਾਂ ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਨੂੰ ਬਰਾਬਰ ਦਾ ਦਰਜਾ ਮਿਲੇ। ਠੀਕ ਹੈ। ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਨਾਰੀਵਾਦ, ਜਦੋਂ ਪੇ ਦੀ ਆਈ ਆ, ਗੱਲਬਾਤ ਆਈ ਆ, ਜਦੋਂ ਜੰਗਾਂ ਚੱਲੀਆਂ ਸਾਰੇ ਬਾਹਰ ਚਲੇ ਗਏ ਹੈ ਨਾ, ਔਰਤਾਂ ਨੂੰ ਫਿਰ ਕੰਮ ਕਰਨਾ ਪਿਆ, ਉਹਨਾਂ ਬਰਾਬਰਤਾ ਦੇ ਹੱਕ ਲਿਆ ਉਹਨਾਂ ਦੀ, ਉਹ ਵਾਦ ਹੀ ਨਾਰੀਵਾਦ ਹੀ ਉੱਥੋਂ ਨਿਕਲਿਆ ਇਹ ਗੱਲ। ਹਾਂਜੀ, ਤੋਂ ਇੱਥੇ ਥੋੜੀ ਜਿਹੀ ਗੱਲ ਆਪਾਂ ਹੋਰ ਵੀ ਐਡ ਕਰ ਦਿੰਦੇ ਆ। ਸੋ ਜਦੋਂ ਆਪਾਂ ਜਿਹੜੇ ਮੁਲਕਾਂ ਤੋਂ ਆਏ ਆ ਉੱਥੇ ਬੰਦਾ ਕਮਾਊ ਸੀ, ਠੀਕ ਹੈ, ਔਰਤ ਨੇ ਬਾਹਰ ਕਿਤੇ ਬਾਜ਼ਾਰ ਵੀ ਜਾਣਾ ਹੈ, ਬੱਸ ਚੜ੍ਹਨਾ ਹੈ, ਤਾਂ ਬੰਦੇ ਤੋਂ ਪੈਸੇ ਮੰਗਦੀ ਸੀਗੀ ਵੀ ਮੈਨੂੰ ਦੇ ਦੇ, ਕਿਉਂਕਿ ਬੰਦਾ ਹੀ ਕੋਲ ਜਿਹੜਾ ਮੇਨ ਕੰਟਰੋਲ ਸੀ, ਕਿਉਂਕਿ ਆਰਥਿਕਤਾ ਬੰਦੇ ਦੇ ਹੱਥ 'ਚ ਸੀਗੀ, ਪੈਸਾ ਧੇਲਾ ਬੰਦੇ ਦੇ ਹੱਥ 'ਚ ਸੀ। ਇੱਥੇ ਆ ਕੇ ਰਿਸ਼ਤੇ ਇਸ ਕਰਕੇ ਵੀ ਜਿਹੜੇ ਚੇਂਜ ਹੋ ਗਏ, ਔਰਤ ਆਪਣੇ ਆਪ ਨੂੰ ਇਸ ਕਰਕੇ ਵੀ ਮਰਦ ਦੇ ਬਰਾਬਰ ਸਮਝਦੀ ਹੈ ਕਿਉਂਕਿ ਆਪ ਕਮਾਉਂਦੀ ਹੈ, ਉਹਨੂੰ ਮਰਦ ਨੂੰ ਕਹਿਣ ਦੀ ਲੋੜ ਨਹੀਂ, ਉਹਦਾ ਆਪਦਾ ਅਕਾਊਂਟ ਹੈ, ਉਹਦੇ ਆਪਣੇ ਕ੍ਰੈਡਿਟ ਕਾਰਡ ਨੇ, ਉਹਦੇ ਕੋਲ ਸਾਰਾ ਕੁਝ ਆਪਣਾ ਹੈ। ਮੈਂ ਅੱਗੇ ਮੇਰਾ ਸਵਾਲ ਹੈਗਾ, ਮੈਂ ਆਪਾਂ ਉਹਦੇ 'ਚ ਜ਼ਰੂਰ ਲਵਾਂਗੇ ਇਸ ਗੱਲ ਨੂੰ। ਹਾਂਜੀ, ਤੁਹਾਡਾ ਮੇਰਾ ਇੱਕ ਸਵਾਲ ਹੈਗਾ ਕਿ ਭਾਰਤੀ ਨਾਰੀਵਾਦ ਤੇ ਪੱਛਮੀ ਨਾਰੀਵਾਦ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਨਾ। ਪੱਛਮੀ ਨਾਰੀਵਾਦ ਦਾ ਕਨਸੈਪਟ ਹੋ ਰਿਹਾ, ਭਾਰਤੀ ਨਾਰੀਵਾਦ ਦਾ ਕਨਸੈਪਟ ਹੋ ਰਿਹਾ। ਭਾਰਤੀ ਨਾਰੀਵਾਦ ਤਾਂ ਸੀਤਾ ਨੂੰ ਨਾਰੀਵਾਦ ਦੇ ਰੂਪ ਦੇ ਵਿੱਚ ਦੇਖਦਾ ਹੈ ਨਾ, ਪੱਛਮੀ ਨਾਰੀਵਾਦ ਇਸ ਰੂਪ 'ਚ ਨਹੀਂ ਦੇਖਦਾ ਹੈ ਨਾ। ਤੁਹਾਡਾ ਨਾਟਕ ਦਾ ਜਿਹੜਾ ਆਧਾਰ ਹੁੰਦਾ ਹੈ ਉਹ ਆਪਣੇ ਪਿਛੋਕੜ ਨੂੰ ਛੱਡ ਕੇ ਨਹੀਂ ਹੁੰਦਾ, ਉਹਦੀਆਂ ਜੜ੍ਹਾਂ ਪੰਜਾਬ 'ਚ ਕਿਤੇ ਨਾ ਕਿਤੇ ਜੁੜੀਆਂ ਹੋਈਆਂ। ਤੁਸੀਂ ਦੋਨਾਂ ਨੂੰ ਔਰ ਤੁਸੀਂ ਸਿਰਜਣਾ ਮਤਲਬ ਪੱਛਮੀ ਨਾਰੀਵਾਦ ਵਾਲੀ ਧਰਤੀ ਤੇ ਕਰ ਰਹੇ ਹੋ ਹੈ ਨਾ, ਤੁਸੀਂ ਦੋਨਾਂ ਨੂੰ ਕਿਵੇਂ ਮਤਲਬ ਬੈਲੈਂਸ ਕਿਵੇਂ ਕਰਦੇ ਹੋ ਇਹਨਾਂ ਨੂੰ? ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਾਕੀ ਇਹ ਹੈਗਾ ਵੀ ਜਦੋਂ ਕੋਈ ਵੀ ਰਾਈਟਰ ਪੰਜਾਬ ਤੋਂ ਇੱਥੇ ਆਉਂਦਾ ਤਾਂ ਆਪਣੇ ਬਹੁਤ ਸਾਰੇ ਸੰਸਕਾਰ ਨੇ ਜਿਹੜੇ ਉਹ ਨਾਲ ਲੈ ਕੇ ਆਉਂਦਾ। ਤਾਂ ਅਸੀਂ ਜਿਹੜੇ ਸਮਾਜ ਦੇ ਵਿੱਚ ਪਲੇ ਆ, ਵੱਡੇ ਆ, ਜਾਂ ਜਿੱਥੋਂ ਅਸੀਂ ਸੰਸਕਾਰ ਲਏ ਨੇ ਉਹਦੇ ਤੋਂ ਅਸੀਂ ਇੱਕਦਮ ਬਾਹਰ ਨਹੀਂ ਜਾ ਸਕਦੇ, ਉਹ ਸਾਨੂੰ ਨਾਲ ਰੱਖਣਾ ਪੈਂਦਾ। ਹੁਣ ਮੈਂ ਜੇ ਭਾਰਤੀ ਨਾਰੀਵਾਦ ਦੀ ਗੱਲ ਕਰਨੀ ਹੋਵੇ, ਠੀਕ ਹੈ, ਤੇ ਜਾਂ ਪੱਛਮੀ ਨਾਰੀਵਾਦ ਦੀ ਗੱਲ ਕਰਨੀ ਹੋਵੇ, ਇੱਥੇ ਸੁਸਾਇਟੀ ਦੇ ਵਿੱਚ ਬੈਠ ਕੇ, ਸੌਰੀ ਟੂ ਸੇ, ਔਰਤ ਦਾ ਸ਼ਰਾਬ ਪੀਣਾ, ਔਰਤ ਦਾ ਆਪਣੇ ਹੱਕ ਲਈ ਉੱਚੀ ਆਵਾਜ਼ ਦੇ ਵਿੱਚ ਬੋਲਣਾ, ਔਰਤ ਦਾ ਘੱਟ ਕੱਪੜਿਆਂ ਦੇ ਵਿੱਚ ਬਾਹਰ ਨਿਕਲਣਾ, ਇੱਥੇ ਇਹ ਜਿਹੜੇ ਹਨ ਔਗਣ ਨਹੀਂ ਹੈਗੇ। ਤੋ ਸਾਡੇ ਸਮਾਜ ਦੇ ਵਿੱਚ, ਭਾਰਤੀ ਸਮਾਜ ਦੇ ਵਿੱਚ, ਜੇ ਇਹੀ ਚੀਜ਼ਾਂ ਔਰਤ ਕਰਦੀ ਹੈ, ਉਹ ਹਸਬੈਂਡ ਨੂੰ ਕਿਸੇ ਗੱਲ ਤੋਂ ਟੋਕਦੀ ਹੈ, ਦੋ ਚਾਰ ਬੰਦਿਆਂ ਦੇ ਇੱਥੇ ਬੈਠੇ ਹੋਣ ਤੇ ਉਹ ਕਹਿੰਦੀ ਹੈ ਵੀ ਨਹੀਂ ਤੂੰ ਗਲਤ ਹੈ, ਤੇ ਸਾਡੇ ਕੀ ਕਹਿੰਦੇ ਨੇ ਵੀ ਦੇਖ ਕਿੱਡੀ ਬਦਤਮੀਜ਼ ਔਰਤ ਹੈ, ਹਸਬੈਂਡ ਸਾਹਮਣੇ ਬੋਲਦੀ ਹੈ। ਜੇ ਉਹ ਬੰਦਿਆਂ ਨਾਲ ਬੈਠ ਕੇ ਕਹਿੰਦੀ ਹੈ ਵੀ ਹਾਂ ਮੈਂ ਵਾਈਨ ਦਾ ਗਲਾਸ ਪੀ ਲੈਂਦੀ ਹਾਂ ਜਾਂ ਸ਼ਰਾਬ ਪੀ ਲੈਂਦੀ ਹਾਂ, ਤੇ ਸਾਡੇ ਲਈ ਉਹ ਔਰਤ ਹੈ ਜਿਹੜੀ ਕਿ ਚੰਗੀ ਔਰਤ ਨਹੀਂ ਹੈਗੀ। ਸੋ ਇਸ ਕਰਕੇ ਤੋਂ ਜਿਹੜਾ ਪੱਛਮੀ ਨਾਰੀਵਾਦ ਹੈ, ਇਹ ਜਿਹੜਾ ਹੈਗਾ ਉਹ ਕਾਫੀ ਅੱਗੇ ਲੰਘ ਚੁੱਕਿਆ, ਇਹ ਆਪਣੇ ਹੱਕਾਂ ਲਈ ਫਾਈਟ ਕਰ ਰਿਹਾ ਹੈ। ਤੋਂ ਜਿਹੜਾ ਸਾਡਾ ਭਾਰਤੀ ਨਾਰੀਵਾਦ ਹੈ ਉਹ ਅਜੇ ਜਿਹੜੇ ਪਰਸਨਲ ਉਹਦੀਆਂ ਲੋੜਾਂ ਨੇ, ਅਜੇ ਉਹਨਾਂ ਲਈ ਸੰਘਰਸ਼ ਕਰ ਰਿਹਾ ਹੈ। ਅਜੇ ਉਹਨੂੰ ਕੱਪੜੇ ਪਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਅਜੇ ਤਾਂ ਉਹਨੂੰ ਜੋ ਪੈਂਟ ਪਾ ਕੇ ਵੀ ਘਰੋਂ ਜਾਂਦੀ ਹੈ ਉਹਦੇ ਲਈ ਵੀ ਉਹਨੂੰ ਸੰਘਰਸ਼ ਕਰਨਾ ਪੈਂਦਾ ਹੈ, ਠੀਕ ਹੈ। ਤੇ ਹੁਣ ਥੋੜੀ ਜਿਹੀ ਨਹੀਂ, ਕਾਫੀ ਚੇਂਜਸ ਆ ਗਈ, ਲੇਕਿਨ ਅਜੇ ਵੀ ਜਿਹੜਾ ਹੈਗਾ ਅਸੀਂ ਜਿਹੜਾ ਸਾਡਾ ਉੱਥੇ ਪਰਸਨਲ ਚੀਜ਼ਾਂ ਨੇ, ਅਸੀਂ ਅਜੇ ਉਹਨਾਂ ਤੇ ਫੋਕਸ ਕਰਦੇ ਹਾਂ। ਤੇ ਅਸੀਂ ਕਹਿੰਦੇ ਹਾਂ ਜਿਹੜੀ ਔਰਤ ਦੀ ਆਜ਼ਾਦੀ ਆ ਹੈ, ਜਦੋਂ ਕੋਈ ਜਿਹੜਾ ਪੱਛਮੀ ਸਮਾਜ ਹੈ ਉਹ ਕਾਫੀ ਅੱਗੇ ਨਿਕਲ ਚੁੱਕਿਆ। ਹੌਲੀ ਹੌਲੀ ਅਸੀਂ ਕੋਲ ਆ ਰਹੇ ਹਾਂ, ਠੀਕ ਹੈ, ਹੌਲੀ ਹੌਲੀ ਅਸੀਂ ਕੋਲ ਆ ਰਹੇ ਹਾਂ। ਸਾਡੀਆਂ ਬੱਚੀਆਂ ਇੱਧਰ ਪੜ੍ਹਨ ਆ ਰਹੀਆਂ ਨੇ, ਅਸੀਂ ਇੱਧਰੋਂ ਉੱਧਰ ਜਾ ਰਹੇ ਹਾਂ, ਤੇ ਸਾਡੀਆਂ ਔਰਤਾਂ ਇੱਧਰੋਂ ਉੱਧਰ ਜਾ ਕੇ ਦੱਸ ਰਹੀਆਂ ਨੇ, ਤੇ ਉਹਨਾਂ ਨੂੰ ਜਾਗਰਤ ਕਰ ਰਹੀਆਂ ਨੇ ਵੀ ਉਹ ਤੁਸੀਂ ਮਤਲਬ ਜੇ ਅਜੇ ਤੱਕ ਇੱਥੇ ਫਸੇ ਹੋ ਤਾਂ ਉੱਥੇ ਦੁਨੀਆ ਤੱਕ ਕਿੱਥੇ ਚਲੀ ਗਈ। ਸੋ ਹੌਲੀ ਹੌਲੀ ਜਿਹੜਾ ਹੈਗਾ ਇਹ ਇੱਕ ਦੂਜੇ ਦੇ ਕਲੋਜ਼ ਆ ਜਾਣਗੇ। ਹਾਂ ਜੇ ਫਰਕ ਹੈਗਾ, ਤਾਂ ਮੈਂ ਜਿਹੜਾ ਹੈਗਾ ਟੋਟਲੀ ਉਹ ਅਜੇ ਜਿਹੜੇ ਨਾਟਕ ਦੀ ਤੁਸੀਂ ਗੱਲ ਕਰਦੇ ਆ ਉਹਦੇ ਵਿੱਚ ਜਿਹੜਾ ਹੈਗਾ ਭਾਰਤੀ ਨਾਰੀਵਾਦ ਨੂੰ ਅਜੇ ਉਸ ਲੈਵਲ ਤੱਕ ਨਹੀਂ ਛੱਡਿਆ। ਤੇ ਕਿਉਂਕਿ ਮੈਨੂੰ ਜਿਹੜੇ ਸੰਸਕਾਰ ਨੇ ਉਹ ਜਿਹੜਾ ਜਦੋਂ ਤੁਸੀਂ ਨਾਟਕ ਲਿਖਦੇ ਆ ਤੁਹਾਨੂੰ ਕਈ ਵਾਰ ਨਾਲ ਲੈ ਕੇ ਚੱਲਣੇ ਪੈਂਦੇ ਨੇ। ਜੀ ਮੈਂ ਇੱਕ ਮੇਰਾ ਅਗਲਾ ਜਿਹੜਾ ਆਬਜੈਕਟਿਵ ਹੈਗਾ ਉਹਦੇ ਨਾਲ ਰਿਲੇਟਡ ਇੱਕ ਕੁਐਸਚਨ ਹੈ। ਤੁਹਾਡੇ ਨਾਟਕ ਦੇ ਨਾਰੀ ਪਾਤਰਾਂ ਦਾ ਸਮਾਜਿਕ ਪਿਛੋਕੜ ਕੀ ਹੈ? ਸਮਾਜਿਕ ਪਿਛੋਕੜ ਤੋਂ ਤੁਹਾਡਾ ਮਤਲਬ ਕਿ ਉਹਨਾਂ ਦਾ ਜਿਹੜਾ ਜਿਸ ਸਮਾਜ ਦੇ ਵਿੱਚ ਉਹ ਟੋਟਲ ਹਿੰਦੁਸਤਾਨੀ ਸਮਾਜ ਹੈ, ਕੈਨੇਡੀਅਨ ਸਮਾਜ ਹੈ, ਜਾਂ ਕਿਹੜਾ ਸਮਾਜ ਹੈ, ਮਿਕਸ ਵਾਲਾ ਸਿਸਟਮ ਹੈ, ਮਤਲਬ ਸਮਾਜਿਕ ਪਿਛੋਕੜ? ਹਾਂ ਨਹੀਂ, ਮੈਂ ਬਹੁਤੇ ਜ਼ਿਆਦਾ ਨਾਟਕ ਨਹੀਂ ਲਿਖੇ, ਮੈਂ ਗੱਲ ਨਾਟਕਾਂ ਦੀ ਕਰ ਰਿਹਾ। ਮੈਂ ਜਿੰਨੇ ਕੁ ਨਾਟਕ ਲਿਖੇ ਨੇ ਉਹਦੇ ਵਿੱਚ ਜਿਹੜਾ ਮੇਰੇ ਜਿਹੜੇ ਕਰੈਕਟਰ ਨੇ, ਮੇਰੇ ਜਿਹੜੇ ਨਾਰੀ ਮੇਰੇ ਨਾਟਕ ਦੇ ਵਿੱਚ ਆਈ ਹੈ, ਉਹਦਾ ਜਿਹੜਾ ਪਿਛੋਕੜ ਹੈ ਉਹ ਭਾਰਤੀ ਸਮਾਜ ਨਾਲ ਜੁੜਿਆ ਹੋਇਆ ਹੈ, ਠੀਕ ਹੈ। ਤੋ ਉਹ ਕਿਉਂਕਿ ਅਸੀਂ ਜਿਹੜੇ ਲੋਕਾਂ ਲਈ ਪੇਸ਼ ਕਰਨਾ, ਜਿਹੜੇ ਲੋਕਾਂ ਲਈ ਸੰਦੇਸ਼ ਦੇਣਾ, ਤਾਂ ਉਹ ਵੀ ਭਾਰਤੀ ਨੇ,
ਤੇ ਜਿਹੜੇ ਕਰੈਕਟਰ ਮਤਲਬ ਪੀੜਤ ਹੈਗੇ ਨੇ ਜੀ ਜਿਨ੍ਹਾਂ ਨੂੰ ਅਸੀਂ ਪੇਸ਼ ਕਰਨਾ ਹੈ, ਤਾਂ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਦਾ ਜਿਹੜਾ ਆਧਾਰ ਹੈ, ਉਹਨਾਂ ਦੇ ਜਿਹੜੇ ਸੰਸਕਾਰ ਨੇ, ਉਹ ਜਿੱਥੋਂ ਆਏ ਨੇ, ਜਿਹੜੀ ਧਰਤੀ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਜਿਹੜੀਆਂ ਮੇਰੇ ਜਿੰਨੇ ਕੁ ਨਾਟਕ ਆਏ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਨਾਰੀ ਪਾਤਰ ਆਏ ਨੇ, ਤਾਂ ਉਹ ਜਿਹੜੇ ਭਾਰਤੀ ਸਮਾਜ ਨਾਲ ਹੀ ਜੁੜੇ ਹੋਏ ਨੇ। ਤੇ ਮੇਰੇ ਖਿਆਲ 'ਚ ਮੇਰੇ ਕਿਸੇ ਵੀ ਨਾਟਕ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਔਰਤ ਨਹੀਂ ਆਈ ਜਿਹੜੀ ਪੱਛਮੀ ਸਮਾਜ ਨਾਲ ਜੁੜੀ ਹੋਵੇ। ਫਿਊਚਰ 'ਚ ਆ ਜਾਵੇ ਤਾਂ ਮੈਨੂੰ ਪਤਾ ਨਹੀਂ। ਓਕੇ। ਔਰਤ ਪਾਤਰ ਦੀ ਜਦੋਂ ਤੁਸੀਂ ਉਹਨੂੰ ਚਿੱਤਰਦੇ ਹੋ ਤਾਂ ਉਹਦੀ ਜਿਹੜੀ ਮਨੋਸਥਿਤੀ ਹੁੰਦੀ ਆ, ਉਹਨੂੰ ਤੁਸੀਂ ਕਿਵੇਂ ਅੰਡਰਸਟੈਂਡ ਕਰਦੇ ਹੋ? ਦੇਖੋ, ਹੁਣ ਜਿਹੜਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ 100% ਜਿਹੜਾ ਕਿਸੇ ਦੀ ਮਾਨਸਿਕਤਾ ਨੂੰ ਹੋ ਹੀ ਨਹੀਂ ਸਕਦਾ, ਫੜ ਲੈਣਾ, ਠੀਕ ਹੈ। ਹੋ ਹੀ ਨਹੀਂ ਸਕਦਾ। ਤੇ ਇੱਕ ਲੇਖਕ ਦੀ ਜਿਹੜੀ ਇਮੇਜਿਨੇਸ਼ਨ ਹੈ, ਉਹ ਹੋ ਸਕਦੀ ਹੈ। ਹਾਂ, ਬਿਲਕੁਲ ਇਹ ਹੈਗਾ ਕਰੈਕਟਰ ਜਦੋਂ ਤੁਸੀਂ ਬਿਆਨ ਕਰਨਾ, ਤੁਹਾਨੂੰ ਉਹਦੀ ਮਾਨਸਿਕਤਾ ਨੂੰ ਪਕੜਨਾ ਪੈਂਦਾ, ਠੀਕ ਹੈ। ਤਾਂ ਜਿਹੜਾ ਉਹਦਾ ਬਿਹੇਵੀਅਰ ਹੈ, ਉਹਦੀ ਮਾਨਸਿਕਤਾ ਨੂੰ ਉਜਾਗਰ ਕਰਦਾ ਜਦੋਂ ਤੁਸੀਂ ਕਰੈਕਟਰ ਨੂੰ ਸਿਰਜਦੇ ਹੋ, ਉਹਦਾ ਬਿਹੇਵ ਸਿਰਜਦੇ ਆ, ਠੀਕ ਹੈ। ਤੇ ਉਹ ਜਦੋਂ ਕਿਸੇ ਨਾਲ ਲੜਦਾ ਹੈ ਜਾਂ ਗੱਲ ਕਰਦਾ ਤਾਂ ਤੁਸੀਂ ਉਹਦੇ ਮਨ 'ਚ ਉਤਰਦੇ ਆ, ਤੇ ਫਿਰ ਤੁਹਾਡੀ ਜਿਹੜੀ ਹੈਗੀ ਆ ਉਹਦਾ ਮਨੋਵਿਗਿਆਨਕ ਹੈ ਜਿਹੜਾ ਤੁਹਾਡਾ, ਉਹ ਤੁਹਾਨੂੰ ਸਮਝਣਾ ਪੈਂਦਾ ਵੀ ਇਹ ਕਿਸ ਤਰ੍ਹਾਂ ਹੋਊਗਾ। ਤਾਂ ਫਿਰ ਹਾਂ, ਮੈਂ ਬਿਲਕੁਲ ਉਸ ਦੇ ਮਨੋਵਿਗਿਆਨ ਨੂੰ ਪਕੜਦਾ, ਤੇ ਜਿੰਨਾ ਕਿ ਮੇਰੇ ਤੋਂ ਕੋਸ਼ਿਸ਼ ਹੁੰਦੀ ਹੈ। ਮੈਨੂੰ ਨਹੀਂ ਪਤਾ, ਕਿਉਂਕਿ ਆਪਾਂ ਪਹਿਲਾਂ ਹੀ ਕਹਿ ਚੁੱਕੇ ਕਿ ਤੁਸੀਂ ਕਿਸੇ ਕਰੈਕਟਰ ਦਾ ਜਿਹੜਾ ਉਹ 100% ਜਿਹੜਾ ਹੈਗਾ ਮਨੋਵਿਗਿਆਨ ਭਾਵੇਂ ਨਹੀਂ ਸਮਝ ਸਕਦੇ, ਪਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਉਹਦਾ ਸਿਰਫ ਜਿਹੜਾ ਫਿਜ਼ੀਕਲ ਵਰਤਾਰਾ ਉਹ ਹੀ ਨਹੀਂ ਦਿਖਾਉਂਦਾ, ਤੇ ਮੈਂ ਉਹਦਾ ਜਿਹੜਾ ਮਨੋ ਚਿੱਤਰਨ ਹੈ ਉਹ ਵੀ ਕਰਦਾ। ਓਕੇ, ਇਹ ਸਵਾਲ ਥੋੜਾ ਜਿਹਾ ਰਲਦਾ ਮਿਲਦਾ ਹੀ ਹੈ। ਇੱਕ ਮਰਦ ਹੋਣ ਦੇ ਨਾਤੇ, ਹਾਂਜੀ, ਮਤਲਬ ਜਦੋਂ ਆਪਾਂ ਨਾਰੀ ਚਿੱਤਰਣ ਦੀ ਗੱਲ ਕਰਦੇ ਹਾਂ, ਇੱਕ ਔਰਤ ਤਾਂ ਜਿਹੜੀ ਹੈਗੀ ਆ, ਔਰਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਮਝ ਸਕਦੀ ਹੈ, ਉਹਦੀਆਂ ਮਾਨਸਿਕ ਅੰਤਰ ਜਿਹੜੀਆਂ ਉਹਦੀਆਂ ਕਿਰਿਆਵਾਂ ਹੈਗੀਆਂ ਉਹਨੂੰ ਵੀ ਸਮਝ ਸਕਦੀ ਹੈ। ਇੱਕ ਮਰਦ ਹੋਣ ਦੇ ਨਾਤੇ ਬਹੁਤ ਟਫ ਕੰਮ ਹੈ। ਤੁਸੀਂ ਇਹਨੂੰ ਕਿਵੇਂ ਬੈਲੈਂਸ ਕਰਦੇ ਹੋ ਜਦੋਂ ਨਾਰੀ ਪਾਤਰ ਦੀ ਸਿਰਜਣਾ ਕਰਦੇ ਹੋ? ਤੁਸੀਂ ਨਾਰੀ ਪਾਤਰ ਜਿਹੜਾ, ਇਹਦੇ ਵਾਲੇ ਵੀ ਜਿਹੜੇ ਨਾਰੀ ਪਾਤਰ ਨੇ, ਉਹਨਾਂ ਦੀ ਜਿਹੜੀ ਸਥਿਤੀ ਮਨੋਸਥਿਤੀ ਜਾਂਦੀ ਹੈ, ਉਹ ਬਹੁਤ ਜ਼ਿਆਦਾ, ਜਦੋਂ ਮੈਂ ਨਾਟਕ ਪੜ੍ਹਿਆ ਹੈ ਤੇ ਕਈ ਵਾਰ ਪੜ੍ਹਿਆ ਮੈਂ, ਤਾਂ ਉਹਦੀ ਬਹੁਤ ਸਾਰੀ ਉਹ ਸਮਾਜ ਦੇ ਨੇੜੇ ਲੱਗਦੀਆਂ ਗੱਲਾਂ, ਉਹ ਰਿਐਲਿਟੀ ਦੇ ਨੇੜੇ ਲੱਗਦੀਆਂ ਕਿ ਇਹ ਵਾਪਰਦਾ ਵਾ, ਇਹ ਔਰਤ ਹਾਂ ਕਰਦੀਆਂ ਹੈ। ਤਾਂ ਸੋ ਤੁਸੀਂ ਇਹਨੂੰ ਬੈਲੈਂਸ ਕਿਵੇਂ ਬਿਠਾਉਂਦੇ, ਮਤਲਬ ਉਹਦੀ ਮਨਸਥਿਤੀ ਨੂੰ ਕਿਵੇਂ ਸਮਝਦੇ? ਦੇਖੋ, ਐਜ਼ ਏ ਰਾਈਟਰ ਦਾ ਜਿਹੜਾ ਧਰਮ ਹੈ ਉਹ ਹੈਗਾ ਵੀ ਤੁਸੀਂ ਪੀੜਤ ਬੰਦੇ ਨਾਲ, ਜਿਹੜਾ ਬੰਦਾ ਮਤਲਬ ਐਕਸਪਲੋਇਟ ਹੋ ਰਿਹਾ, ਤੁਸੀਂ ਉਹਦੇ ਨਾਲ ਖੜਨਾ ਜੀ, ਠੀਕ ਹੈ। ਉਸ ਵਕਤ ਮੈਂ ਭੁੱਲ ਜਾਂਦਾ ਵੀ ਮੈਂ ਮਰਦਾ, ਤੇ ਮੈਂ ਇੱਕ ਪੀੜਤ ਧਿਰ ਦੇ ਨਾਲ ਖੜਨਾ, ਭਾਵੇਂ ਉਹ ਔਰਤ ਹੈ ਭਾਵੇਂ ਮਰਦ ਹੈ। ਤੇ ਮੈਂ ਆਪਣੇ ਨਾਟਕ ਦੀ ਗੱਲ ਨਹੀਂ ਕਰਦਾ, ਸੌਰੀ, ਮੈਂ ਆਪਣੀ ਇੱਕ ਕਹਾਣੀ ਦੀ ਗੱਲ ਕਰਦਾ। ਸੋ ਮੇਰੀ ਇੱਕ ਕਹਾਣੀ ਹੈ, ਸੰਦ ਉਹਦਾ ਨਾਮ ਹੈ। ਤਾਂ ਉਹਦੇ ਵਿੱਚ ਔਰਤ ਇੱਕ ਬੰਦੇ ਨੂੰ ਇੱਕ ਟੂਲ ਦੀ ਤਰ੍ਹਾਂ ਯੂਜ਼ ਕਰਦੀ ਹੈ, ਠੀਕ ਹੈ। ਉਹ ਔਰਤ ਦਾ ਜਿਹੜਾ ਕਰੈਕਟਰ ਹੈ ਉਹ ਬਿਲਕੁਲ ਡਿਫਰੈਂਟ ਸੀਗਾ। ਉਹਨੂੰ ਮੈਨੂੰ ਸੱਜਣ ਲੱਗਿਆ, ਮਤਲਬ ਜਿਹਦਾ ਕਾਫੀ ਉਹਦੇ ਵਿੱਚੋਂ ਲੰਘਣਾ ਪਿਆ ਵੀ ਮੈਂ ਯਾਰ ਇਹਨੂੰ ਕਿਵੇਂ ਕਰੈਕਟਰ ਨੂੰ ਸਿਰਜਾਂ, ਵੀ ਮੈਂ ਤਾਂ ਹਮੇਸ਼ਾ ਔਰਤ ਦੇ ਹੱਕ 'ਚ ਖੜਦਾ ਰਿਹਾ, ਤੇ ਇਹ ਇੱਥੇ ਹੁਣ ਬੰਦਾ ਪੀੜਤ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ, ਜਦੋਂ ਆਪਾਂ ਦੇਖਦੇ ਹਾਂ ਕਿ ਵੀ ਔਰਤ ਜਿਹੜੀ ਕੁੱਟ ਵੀ ਖਾ ਰਹੀ ਹੈ, ਔਰਤ ਜਿਹੜੀ ਅਬਿਊਜ਼ ਵੀ ਹੋ ਰਹੀ ਹੈ, ਸਾਰਾ ਕੁਛ, ਤਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਇਹ ਚੀਜ਼ ਨੂੰ ਪਾਸੇ ਰੱਖ ਦਿੰਦੇ ਆ ਕਿ ਮੈਂ ਮਰਦਾ ਤੇ ਮੈਨੂੰ ਔਰਤ ਨੂੰ ਇਸ ਨਿਗਾਹ ਨਾਲ ਹੀ ਦੇਖਣਾ ਚਾਹੀਦਾ। ਰਾਈਟਰ ਦਾ ਧਰਮ ਬਣੀ, ਵੈਸੇ ਰਾਈਟਰ ਨੂੰ ਤੇ ਜਿਹੜਾ ਸ਼ੋਸ਼ਿਤ ਬੰਦਾ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਤਾਂ ਉਹਦੇ ਨਾਲ ਹੀ ਖੜਨਾ ਚਾਹੀਦਾ। ਤਾਂ ਉਸ ਵਕਤ ਮੈਂ ਜਿਹੜਾ ਕਰੈਕਟਰ ਜਿਵੇਂ ਮੈਨੂੰ ਉਹਦੀ ਸਥਿਤੀ ਬਿਆਨ ਕਰਨ ਨੂੰ ਕਹਿੰਦੀ ਹੈ ਤਾਂ ਮੈਨੂੰ ਉਸੇ ਤਰ੍ਹਾਂ ਬਿਆਨ ਕਰਦਾ ਜੀ। ਜਿਹੜਾ ਤੁਹਾਡਾ ਨਾਟਕ ਹੈਗਾ, ਉਹਦਾ ਜਿਹੜਾ ਨਾਰੀ ਪਾਤਰ ਹੈਗੇ ਉਹਦੇ ਵਿੱਚ, ਚਾਹੇ ਮੁੱਖ ਨਾਰੀ ਪਾਤਰ ਹੈ ਚਾਹੇ ਉਹਨਾਂ ਦਾ ਜਿਹੜਾ ਪਿਛੋਕੜ ਹੈਗਾ ਵਾ, ਉਹ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ ਹੈ ਬਹੁਤਾ ਜਿਹੜਾ ਹੈਗਾ। ਤੇ ਕਿਸੇ ਹੱਦ ਤੱਕ ਔਰਤ ਨੂੰ ਹਾਲੇ ਤੱਕ ਵੀ ਪੰਜਾਬ ਦੇ ਵਿੱਚ, ਜਿੱਥੇ ਹਿੰਦੁਸਤਾਨ ਦੇ ਵਿੱਚ ਹਾਲੇ ਤੱਕ ਵੀ ਕੋਈ ਸਨਮਾਨਿਤ ਥਾਂ ਉਸ ਲੈਵਲ ਤੇ ਨਹੀਂ ਹੈਗੀ ਹਾਲੇ ਵੀ। ਬਹੁਤ ਸਾਰੀਆਂ ਤਾਂ ਜੇ ਆਪਾਂ ਇੰਟੀਰੀਅਰ 'ਚ ਦੇਖੀਏ, ਜੇ ਆਪਾਂ ਮੋਟੇ ਰੂਪ ਦੇ ਵਿੱਚ ਦੇਖੀਏ, ਇਸ ਮੁਲਕ ਦੇ ਵਿੱਚ ਵੀ ਨਾਰੀ ਪਾਤਰ ਉਸੇ ਲਗਭਗ ਉਲਝਣ ਦਾ ਸ਼ਿਕਾਰ ਹੈ। ਇੱਥੇ ਵੀ ਜਿਹੜੀ ਉਹ ਮਤਲਬ ਜਦੋਂ ਤੁਸੀਂ ਦੇਖਦੇ ਹੋ ਆਪਣੇ ਕਰੈਕਟਰਸ ਦੇ ਵਿੱਚ ਵੀ ਉਹ ਉੱਦਾਂ ਉਹਨੂੰ ਮਤਲਬ ਉਹ ਜਿਹੜਾ ਉਹਦੇ 'ਤੇ ਪ੍ਰਭਾਵ ਹੈਗਾ ਉਹਨਾਂ 'ਤੇ ਵੀ, ਇਹਨੂੰ ਤੁਸੀਂ ਮਤਲਬ ਕਿਵੇਂ ਇਹਨੂੰ ਕਿਵੇਂ ਤੁਸੀਂ ਕਰਨਾ ਚਾਹੁੰਦੇ ਆ, ਮਤਲਬ ਇਹਨੂੰ ਤੁਸੀਂ ਸਹੀ ਕਿਵੇਂ ਦੱਸਣਾ ਚਾਹੁੰਦੇ? ਨਹੀਂ, ਇਹ 'ਚ ਦੇਖੋ ਇਹ ਹੈ, ਦੇਖੋ
ਪੇਰੈਂਟਸ ਨੇ ਜਿਹੜੇ ਹੂੰ ਉਹ ਜਦੋਂ ਆਪਣੀ ਕਿਸੇ ਬੱਚੀ ਨੂੰ ਪਾਲਦੇ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਉਹਦੇ ਦਿਮਾਗ 'ਚ ਕੁੱਟ-ਕੁੱਟ ਕੇ ਚੀਜ਼ਾਂ ਭਰ ਦਿੰਦੇ ਨੇ ਵੀ, ਕਿਉਂਕਿ ਸਾਡੇ ਕਹਾਵਤ ਹੁੰਦੀ ਸੀ ਵੀ ਸਹੁਰੇ ਘਰੋਂ ਤੇਰੀ ਲਾਸ਼ ਹੀ ਨਿਕਲਣੀ ਚਾਹੀਦੀ ਹੈ, ਤੂੰ ਬਗਾਵਤ ਨਹੀਂ ਕਰਨੀ, ਤੂੰ ਇਸ ਤਰ੍ਹਾਂ ਨਹੀਂ ਕਰਨਾ, ਤੂੰ ਵੱਡਿਆਂ ਦੇ ਅੱਗੇ ਨਹੀਂ ਬੋਲਣਾ, ਤੂੰ ਭਾਵੇਂ ਤੈਨੂੰ ਕੁਝ ਵੀ ਉਹ ਕਹੀ ਜਾਣ, ਭਾਵੇਂ ਤੈਨੂੰ ਕੁੱਟ ਲੈਣ ਮਾਰ ਲੈਣ, ਤਾਂ ਜਵਾਨ ਨਹੀਂ ਖੁੱਲਣੀ। ਇਹ ਸਾਡਾ ਕਰੈਕਟਰ ਸੀ ਪੰਜਾਬੀ ਭਾਰਤੀ ਨਾਰੀ ਦਾ। ਜੀ ਜੀ। ਲੇਕਿਨ ਤੁਸੀਂ ਹੁਣ ਇੱਥੇ ਆ ਕੇ ਦੇਖਦੇ ਹੋ ਤੇ ਇੱਥੇ ਜਿਹੜਾ ਹੈਗਾ ਇਹ ਹੌਲੀ ਹੌਲੀ ਜਿਹੜੀ ਤਬਦੀਲੀ ਆ ਉਹ ਆ ਰਹੀ ਹੈ। ਜਿਹੜੀ ਤੁਸੀਂ ਨਾਟਕ ਪਿੰਜਰੇ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਵੀ ਆ ਰਹੀ ਹੈ। ਤਾਂ ਉਹ ਔਰਤਾਂ ਬਗਾਵਤ ਕਰਦੀਆਂ ਨੇ, ਉਹ ਕੁੱਟ ਨਹੀਂ ਖਾਂਦੀਆਂ, ਠੀਕ ਹੈ। ਤਾਂ ਇੱਥੇ ਹੁਣ ਤੁਸੀਂ ਦੇਖੋ ਭਾਵੇਂ ਉਹ ਸੰਸਕਾਰ ਲੈ ਕੇ ਆਈਆਂ ਨੇ, ਭਾਵੇਂ ਉਹ ਉਸ ਪੱਧਰ ਤੇ ਬਗਾਵਤ ਨਹੀਂ ਕਰ ਰਹੀਆਂ, ਪਰ ਜਦੋਂ ਪਾਣੀ ਸਿਰ ਤੇ ਸੀ ਲੰਘ ਰਿਹਾ ਤਾਂ ਬਗਾਵਤ ਕਰ ਰਹੀਆਂ ਨੇ। ਉਹ 911 ਵੀ ਘੁਮਾ ਰਹੀਆਂ ਨੇ, ਠੀਕ ਹੈ। ਉਹ ਆਪਣੇ ਹਸਬੈਂਡਸ ਨੂੰ ਅੰਦਰ ਵੀ ਕਰਵਾ ਰਹੀਆਂ ਨੇ। ਇੱਥੇ ਮੈਂ ਸਮਾਜ ਦੀ ਗੱਲ ਕਰਦਾ ਜੀ ਜੀ, ਠੀਕ ਹੈ। ਤਾਂ ਉਹ ਕੱਲੀਆਂ ਵੀ ਜੋ ਰਹੀਆਂ ਨੇ। ਤੇ ਤੁਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਸਮਾਜ ਦੇ ਵਿੱਚ ਵਿਚਰ ਕੇ ਦੇਖੋ ਕਿ ਕਿੰਨੀਆਂ ਸਿੰਗਲ ਮਦਰਸ ਨੇ ਤੇ ਕਿਵੇਂ ਉਹ ਕੱਲੀਆਂ ਨੇ ਜਿਹੜੀਆਂ ਉਹ ਆਪਣਾ ਜੀਵਨ ਨਿਰਵਾਹ ਕਰ ਰਹੀਆਂ ਨੇ। ਉਹਨਾਂ ਨੂੰ ਕਿਸੇ ਮਰਦ ਦੀ ਹੈਲਪ ਦੀ ਲੋੜ ਨਹੀਂ। ਉਹ ਇੰਡੀਪੈਂਡੈਂਟ ਜੀਉ ਰਹੀਆਂ ਨੇ, ਟਰੈਵਲ ਕਰ ਰਹੀਆਂ ਨੇ, ਘੁੰਮ ਫਿਰ ਰਹੀਆਂ ਨੇ, ਜੋਬਾਂ ਕਰ ਰਹੀਆਂ ਨੇ, ਜ਼ਿੰਮੇਵਾਰੀਆਂ ਸੰਭਾਲ ਰਹੀਆਂ ਨੇ, ਘਰ ਚਲਾ ਰਹੀਆਂ ਨੇ, ਠੀਕ ਹੈ। ਸੋ ਇਹ ਜਿਹੜੀ ਮੈਂ ਸਮਝਦਾ ਕਿ ਇੱਕ ਤਬਦੀਲੀ ਆ ਜਿਹੜੀ ਉਹ ਵੱਡੀ ਪੱਧਰ ਤੇ ਆ ਰਹੀ ਹੈ। ਔਰ ਤਲਾਕ ਵੀ ਹੋ ਰਹੇ ਨੇ। ਹੁਣ ਔਰਤ ਚੁੱਪਚਾਪ ਜਰਨ ਵਾਲੀ ਨਹੀਂ ਹੈਗੀ। ਸੋ ਇਹ ਜਿਹੜੀ ਤਬਦੀਲੀ ਆਈ ਹੈ ਤਾਂ ਮੈਂ ਇਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ। ਜੀ ਗੁੱਡ। ਤੁਹਾਨੂੰ ਆਪਣੇ ਨਾਟਕਾਂ ਦੇ ਵਿੱਚ ਨਾਰੀ ਪਾਤਰਾਂ ਦੇ ਪਿਛੋਕੜ 'ਚ ਪੈ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਦਾ ਕੈਨੇਡਾ ਦੇ ਸਮਾਜਿਕ ਅਤੇ ਸੱਭਿਆਚਾਰਕ ਪਰਿਵੇਸ਼ ਵਿੱਚ ਸੰਤੁਲਨ ਬਣਾਈ ਰੱਖਣ ਲਈ ਕਿਹੜੀ ਚੁਣੌਤੀ ਸਭ ਤੋਂ ਵੱਡੀ ਤੁਹਾਨੂੰ ਲੱਗੀ? ਕਿ ਆਪਣੇ ਜਿਹੜੇ ਨਾਰੀ ਪਾਤਰ ਹੈਗੇ ਉਹਦੇ ਸਿਰਜੇ ਆ ਉਹਨਾਂ ਦਾ ਇੱਕ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਉਹ ਨਾਰੀ ਜਿਹੜੀ ਇੱਥੋਂ ਵਾਲਾ ਜਿਹੜਾ ਹੈਗਾ ਵਾ ਉੱਥੋਂ ਦੇ ਇੱਥੋਂ ਵਾਲੀ ਨਾਰੀ ਦੇ ਵਿੱਚ ਫਰਕ ਹੈ। ਨਾਟਕ ਦਾ ਜਿਹੜਾ ਤੁਹਾਡੇ ਪਾਤਰ ਨੇ ਉਹ ਦੋਨੋਂ ਸਮਾਜਾਂ ਮਤਲਬ ਉਹਨਾਂ ਦੀ ਤਰਜਮਾਨੀ ਕਰਦੇ ਆ, ਹਨਾ। ਇਸ ਸੱਭਿਆਚਾਰ ਦੀ ਵੀ ਕਰਦੇ, ਉਸ ਸੱਭਿਆਚਾਰ ਦੀ ਵੀ ਕਰਦੇ ਆ। ਇਹਨਾਂ ਦੇ ਵਿੱਚ ਸੰਤੁਲਨ ਨੂੰ ਮਤਲਬ ਬਣਾਈ ਰੱਖਣ ਲਈ ਤੁਹਾਨੂੰ ਕੋਈ ਕਿਸੇ ਖਾਸ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੋਵੇ? ਨਹੀਂ, ਮੈਨੂੰ ਤਾਂ ਨਹੀਂ ਕਰਨਾ ਪਿਆ। ਮਤਲਬ ਜਿਹੜੇ ਸਾਡੇ ਨਾਰੀ ਔਰਤਾਂ ਜਿਹੜੀਆਂ ਸਾਡੀਆਂ ਹੈਗੀਆਂ ਜਾਂ ਤੁਸੀਂ ਉਹਨਾਂ ਨੂੰ ਸਿਰਜਦੇ ਆ ਤਾਂ ਉਹਨਾਂ ਨੂੰ ਬੈਲੈਂਸ ਬਣਾਉਣਾ ਪੈਂਦਾ, ਠੀਕ ਹੈ। ਬੈਲੈਂਸ ਤੁਸੀਂ ਮੋਸਟਲੀ ਗੱਲ ਕੀਤੀ ਹੈ ਧਰਮ ਦੇ ਆਧਾਰ ਤੇ, ਠੀਕ। ਧਰਮ ਦੇ ਖੇਤਰ ਦੇ ਵਿੱਚ ਕਹਿ ਲਓ ਜਾਂ ਤੁਹਾਡਾ ਜਿਹੜਾ ਇੱਕ ਸਮਾਜਿਕ ਰਹਿਣ ਸਹਿਣ ਹੁੰਦਾ ਉਹਦੇ ਵਿੱਚ ਵੀ। ਹੁਣ ਜਿਹੜੀਆਂ ਭਾਰਤ ਤੋਂ ਆਈਆਂ ਹੋਈਆਂ ਜਾਂ ਪੰਜਾਬ ਤੋਂ ਆਈਆਂ ਹੋਈਆਂ ਔਰਤਾਂ ਨੇ, ਉਹਨਾਂ ਨੇ ਉਹਨਾਂ ਦਾ ਜਿਹੜਾ ਪਹਿਰਾਵਾ ਸੀਗਾ, ਅਸੀਂ ਉੱਥੇ ਮਤਲਬ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੇ, ਠੀਕ। ਉਹ ਸਾਡੇ ਸੱਭਿਆਚਾਰ ਨਾਲ ਵੀ ਜੁੜਿਆ ਹੋਇਆ ਸੀਗਾ, ਧਰਮ ਨਾਲ ਵੀ ਜੁੜਿਆ ਹੋਇਆ ਸੀਗਾ। ਤੇ ਲੇਕਿਨ ਇੱਥੇ ਆ ਕੇ ਔਰਤਾਂ ਨੇ ਉਹ ਬੈਲੈਂਸ ਬਣਾਇਆ। ਉਹਨਾਂ ਨੇ ਡਰੈਸਸ ਪਾਈਆਂ। ਜੇ ਉਹਨਾਂ ਨੂੰ ਦਫ਼ਤਰ ਦੀ ਜੌਬ ਚਾਹੀਦੀ ਹੈ, ਇੱਥੇ ਤੁਸੀਂ ਬੱਚੀਆਂ ਦੇਖੋ ਤੇ ਜਦੋਂ ਉਹਨਾਂ ਦੀ ਗ੍ਰੈਜੂਏਸ਼ਨ ਹੁੰਦੀ ਹੈ ਜਾਂ ਉਹਦੇ ਪੇਰੈਂਟਸ ਜਾਂਦੇ ਨੇ ਤੇ ਜਿਹੜੀਆਂ ਬੱਚੀਆਂ ਨੇ ਜਾਂ ਉਹਨਾਂ ਦੀਆਂ ਮਾਵਾਂ ਨੇ ਉਹ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੀਆਂ ਨੇ। ਕੀ ਇਹ ਸਾਰਾ ਕੁਝ ਸਾਡੇ ਉੱਥੇ ਦੇ ਸਮਾਜ 'ਚ ਪ੍ਰਵਾਨ ਹੈ? ਨਹੀਂ ਹੈਗਾ। ਸੋ ਉਹਨਾਂ ਨੇ ਕਿਉਂ ਕੀਤਾ? ਉਹਨਾਂ ਨੇ ਆਪਣਾ ਬੈਲੈਂਸ ਬਣਾਉਣ ਨੂੰ ਕੀਤਾ ਤੇ ਵੀ ਜੇ ਅਸੀਂ ਇਹਨਾਂ ਦੇ ਸਮਾਜ ਦੇ ਵਿੱਚ ਰਹਿਣਾ ਤੇ ਸਾਨੂੰ ਸਾਡੇ ਉਹੀ ਸੂਟ ਜਿਹੜੇ ਉੱਥੇ ਸਾਡੀ ਸ਼ਾਨ ਹੁੰਦੇ ਨੇ, ਚੁੰਨੀਆਂ ਸਾਡੀਆਂ ਸ਼ਾਨ ਹੁੰਦੀਆਂ ਨੇ, ਤੇ ਇੱਥੇ ਆ ਕੇ ਉਹ ਆਕਵਰਡ ਬਣ ਜਾਂਦੇ ਨੇ। ਉਹ ਆਕਵਰਡ ਨਾ ਲੱਗਣ ਤੋਂ ਆਪਣਾ ਬੈਲੈਂਸ ਬਣਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਧਰਮ ਹੈ, ਧਰਮ ਉਹ ਪ੍ਰੈਕਟਿਸ ਕਰਦੀਆਂ ਨੇ ਪਰ ਉਹਨੂੰ ਇਸ ਹੱਦ ਤੱਕ ਪ੍ਰੈਕਟਿਸ ਨਹੀਂ ਕਰਦੀਆਂ, ਇਸ ਹੱਦ ਤੱਕ ਨਹੀਂ ਕਰਦੀਆਂ ਕਿ ਉਹ ਦੂਸਰੀ ਜਿਹੜੀ ਕਮਿਊਨਿਟੀ ਹੈਗੀ ਆ ਜਾਂ ਜਿਹੜੀ ਇੱਥੋਂ ਦੀ ਮੇਨ ਸਟਰੀਮ ਹੈ ਉਹਦੇ ਲਈ ਕੋਈ ਉੜਿੱਕਾ ਬਣ ਸਕਣ, ਉਹਦੇ ਲਈ ਕੋਈ ਉਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਸਕਣ। ਸੋ ਇਸ ਕਰਕੇ ਉਹ ਬੈਲੈਂਸ ਨੇ ਜਿਹੜਾ ਉਹ ਬਣਾ ਕੇ ਰੱਖਦੀਆਂ ਨੇ। ਤੇ ਬਹੁਤੀਆਂ ਜਿਹੜੀਆਂ ਸਾਡੇ ਧਾਰਮਿਕ ਰਹੁ ਰੀਤਾਂ ਨੇ ਤਾਂ ਅਸੀਂ ਇੰਨੇ ਜਿਹੜੇ ਕੱਟੜਵਾਦੀ ਨਹੀਂ ਹੈਗੇ, ਤਾਂ ਅਸੀਂ ਮੌਕੇ ਦੇ ਅਨੁਸਾਰ ਆਪਣੇ ਆਪ ਨੂੰ ਬੈਲੈਂਸ ਕਰਨ ਲਈ, ਜਿਹਦੇ ਵਿੱਚ ਸਾਡੀਆਂ ਔਰਤਾਂ ਵੀ ਨੇ, ਆਪਣੇ ਆਪ ਨੂੰ ਬਦਲ ਲੈਂਦੇ ਆ। ਨਾਰੀ ਪਾਤਰ ਜਿਹੜੀਆਂ ਆਪਣੀ ਜਿਹੜਾ ਪੰਜਾਬ ਵਿੱਚ ਰੱਖਣਾ ਚਾਹੁੰਦੇ ਨੇ, ਉੱਥੇ ਕੈਨੇਡਾ ਵਰਗੇ ਮੁਲਕ 'ਚ ਮਿਲਦੀ ਸਮਾਜਿਕ ਅਤੇ ਸੱਭਿਆਚਾਰਕ ਆਜ਼ਾਦੀ ਦਾ ਆਨੰਦ ਮਾਣਨ ਲਈ ਵੀ ਬਗਾਵਤ ਤੇ ਰਾਹ ਪੈਂਦੀਆਂ ਨੇ। ਇਹ ਦੋਨੋਂ ਚੀਜ਼ਾਂ ਇਕੱਠੀਆਂ ਕਿਉਂ? ਬਿਲਕੁਲ ਤੁਹਾਡਾ ਜਿਹੜਾ ਹੈ ਸਵਾਲ ਹੈ ਇਹ ਸਹੀ ਹੈ, ਠੀਕ। ਸਹੀ ਇਸ ਕਰਕੇ ਹੈ ਕਿਉਂਕਿ ਅਸੀਂ ਹਰ ਰੋਜ਼ ਰੋਜ਼ਾਨਾ ਲਾਈਫ ਦੇ ਵਿੱਚ ਇਸ ਤਰ੍ਹਾਂ ਦੇਖਦੇ ਹਾਂ ਤੇ ਉਹ ਇਸ ਕਰਕੇ ਰੱਖਣਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਦਾ ਪਿਛੋਕੜ ਹੈ, ਉਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ ਦੇ ਸਕੇ ਸੰਬੰਧੀ ਨੇ ਜਿਹੜੇ ਉਹ ਉੱਥੇ ਬੈਠੇ ਨੇ, ਠੀਕ ਹੈ। ਤੇ ਜੇ ਉਹ ਅੱਜ ਪੂਰੀ ਤਰ੍ਹਾਂ ਪੱਛਮੀ ਸਮਾਜ ਦੇ ਵਿੱਚ ਮਿਕਸ ਹੋ ਜਾਂਦੀਆਂ ਨੇ, ਹੌਲੀ ਹੌਲੀ ਤਾਂ ਹੋ ਰਹੀਆਂ ਨੇ,
ਤਾਂ ਉਹਨਾਂ ਦੇ ਜਿਹੜੇ ਪਰਿਵਾਰਕ ਰਿਸ਼ਤੇ ਨੇ ਜਿਹੜੇ ਉਹ ਧੜਕਣ ਦਾ ਡਰ ਰਹਿੰਦਾ ਹੈ, ਤਾਂ ਉਹ ਰਿਸ਼ਤੇ ਵੀ ਬਚਾਈ ਰੱਖਣਾ ਚਾਹੁੰਦੀਆਂ ਨੇ, ਉਹ ਆਪਣੇ ਸਾਕ ਸੰਬੰਧੀਆਂ ਨੂੰ ਵੀ ਬਚਾਈ ਰੱਖਣਾ ਚਾਹੁੰਦੀਆਂ ਨੇ, ਤੇ ਜਿਹੜਾ ਪੱਛਮੀ ਸਮਾਜ ਹੈ ਤਾਂ ਉਹਦੀ ਆਜ਼ਾਦੀ ਤੇ ਖੁੱਲ੍ਹ ਵੀ ਮੰਨਣਾ ਚਾਹੁੰਦੀਆਂ ਨੇ। ਠੀਕ ਹੈ, ਸੋ ਫਿਰ ਉਹ ਉਹਨਾਂ ਕੁ ਸਟੈਪ ਦਰ ਸਟੈਪ ਅੱਗੇ ਜਾਂਦੀਆਂ ਨੇ ਜਿੱਥੇ ਤੱਕ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਾਂ ਜਿਹੜਾ ਉਹਨਾਂ ਦਾ ਸਮਾਜਿਕ ਪ੍ਰਭਾਵ ਹੈ ਉਹ ਕਿਸੇ ਨੈਗੇਟਿਵਿਟੀ ਵੱਲ ਨਾ ਜਾਵੇ। ਠੀਕ ਹੈ, ਉਹ ਮੰਨਣਾ ਵੀ ਚਾਹੁੰਦੀਆਂ ਨੇ ਤੇ ਉਹ ਰੱਖਣਾ ਵੀ ਚਾਹੁੰਦੀਆਂ ਨੇ। ਮੈਂ ਸਮਝ ਗਿਆ ਤੁਹਾਡੀ। ਹਾਂਜੀ ਹਾਂਜੀ। ਤੁਸੀਂ ਔਰਤ ਪਾਤਰਾਂ ਦੀ ਸਿਰਜਣਾ ਕਰਦੇ ਹੋ ਨਾਟਕ ਦੇ ਵਿੱਚ, ਪਰ ਤੁਸੀਂ ਔਰਤ ਨਹੀਂ ਹੋ, ਹੈ ਨਾ। ਇੱਕ ਮਰਦ ਹੋਣ ਦੇ ਨਾਤੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਫਿਰ ਸਾਹਮਣਾ ਕਰਨਾ ਪਿਆ ਉਹ ਨਾਟਕ ਦੇ ਵਿੱਚ ਨਾਰੀ ਪਾਤਰ ਨੂੰ ਸਿਰਜਣ ਦੇ ਲਈ? ਨਹੀਂ, ਮਰਦ ਹੋਣ ਦੇ ਨਾਤੇ ਮਤਲਬ ਜਿਵੇਂ ਚੁਣੌਤੀਆਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਵੀ ਮਰਦ ਹੋਣ ਦੇ ਨਾਤੇ ਤੁਹਾਨੂੰ ਕੋਈ ਔਰਤ ਕਰੈਕਟਰ ਚਿੱਤਰ ਨੂੰ ਕੋਈ ਜਾਂ ਤੁਹਾਨੂੰ ਕੋਈ ਕਹੇਗਾ, ਤੁਹਾਡੀ ਵਾਈਫ ਕਹੇਗੀ ਜਾਂ ਤੁਹਾਡੀ ਸਿਸਟਰ ਕਹੇਗੀ ਵੀ ਆਹ ਤਾਂ ਗੱਲ ਗਲਤ ਹੈ। ਮਤਲਬ ਇਸ ਤਰ੍ਹਾਂ ਦੀ ਤਾਂ ਕੋਈ ਚੁਣੌਤੀ ਨਹੀਂ ਆਉਂਦੀ। ਬਸ ਹਾਂ ਇਹ ਹੈਗਾ ਵੀ ਜਦੋਂ ਤੁਸੀਂ ਔਰਤ ਪਾਤਰ ਨੂੰ ਸਿਰਜਦੇ ਆ, ਤੁਸੀਂ ਉਹਦੇ ਤੋਂ ਕੀ ਕਹਾਉਣਾ ਹੈ, ਤੁਸੀਂ ਉਹਦੇ ਤੋਂ ਕਿਸ ਤਰ੍ਹਾਂ ਦੇ ਡਾਇਲਾਗ ਬੁਲਾਉਣੇ ਨੇ, ਕਿ ਉਹ ਸਮਾਜ ਨੂੰ ਪ੍ਰਵਾਨ ਹੈਗੇ ਨੇ, ਕਿ ਤੁਸੀਂ ਸਮਾਜ ਤੋਂ ਕੋਈ 10 ਸਾਲ ਅੱਗੇ ਤਾਂ ਨਹੀਂ ਜਾ ਰਹੇ, ਜਾਂ ਤੁਸੀਂ ਕੋਈ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਬਖੇੜਾ ਜਾਂ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰ ਰਹੇ। ਸੋ ਰਾਈਟਰ ਲਈ ਇਸ ਤਰ੍ਹਾਂ ਦੀ ਚੁਣੌਤੀ ਹੁੰਦੀ ਹੈ ਵੀ ਉਹਨੇ ਇੱਕ ਫਰੇਮ ਦੇ ਵਿੱਚ ਉਹ ਕਰੈਕਟਰ ਨੂੰ ਰੱਖਣਾ ਹੁੰਦਾ ਹੈ ਤਾਂ ਕਿ ਜਿਹੜਾ ਹੈਗਾ ਉਹ ਲੋਕ ਜਿਹੜੇ ਦਰਸ਼ਕ ਉੱਥੇ ਬੈਠੇ ਨੇ ਉਹ ਇਹ ਨਾ ਹੋਵੇ ਤੇ ਉਹ ਉੱਥੇ ਤੁਹਾਨੂੰ ਹੂਟ ਕਰਨਾ ਸ਼ੁਰੂ ਕਰ ਦੇਣ ਵੀ ਆਹ ਯਾਰ ਤੂੰ ਕੀ ਕਹਿਤਾ, ਇਹ ਤਾਂ ਸਾਡੇ ਸਮਾਜ 'ਚ ਹੈ ਨਹੀਂ। ਠੀਕ ਹੈ, ਸੋ ਇਹ ਤੁਸੀਂ ਇੱਕ ਜਿਹੜਾ ਸਮਾਜਿਕ ਤਾਣਾ ਬਾਣਾ ਉਹਨੂੰ ਵੀ ਆਪਣੀ ਨਜ਼ਰ ਦੇ ਵਿੱਚ ਰੱਖਣਾ ਹੁੰਦਾ ਹੈ ਤੇ ਜਿਹੜਾ ਤੁਹਾਡਾ ਇੱਕ ਸੱਭਿਆਚਾਰ ਆ ਤੁਸੀਂ ਉਹਨੂੰ ਵੀ ਆਪਣੀ ਨਜ਼ਰ ਦੇ ਵਿੱਚ ਰੱਖਣਾ ਹੁੰਦਾ। ਸੋ ਰਾਈਟਰ ਲਈ ਤਾਂ ਜ਼ਿਆਦਾ ਮੇਰਾ ਖਿਆਲ ਇਹੀ ਚੈਲੰਜ ਹੁੰਦਾ। ਓਕੇ, ਮੈਂ ਜਿਹੜਾ ਲਾਸਟ ਪੜਾਅ ਦੇ ਵਿੱਚ ਆਪਾਂ ਹੈਗੇ ਆ 5-4 ਸਵਾਲ ਇਹਦੇ ਵਿੱਚ ਕਰਾਂਗੇ ਆਪਾਂ। ਨਾਟਕ ਦੇ ਨਾਰੀ ਪਾਤਰਾਂ ਦੀ ਸਿਰਜਣਾ ਜਿਹੜੇ ਮਤਲਬ ਤੁਸੀਂ ਆਪਾਂ ਲੰਬੇ ਸਮੇਂ ਤੋਂ ਤੁਸੀਂ ਮੈਂ ਕਹਾਣੀ ਨਾਲ ਵੀ ਜੁੜੇ ਹਾਂ ਔਰ ਨਾਟਕ ਨਾਲ ਵੀ ਜੁੜੇ ਹਾਂ, ਭਾਵੇਂ ਮੈਂ ਨਾਟਕ ਦੀ ਗੱਲ ਕਰ ਰਿਹਾ ਪਰ ਤੁਹਾਡੀ ਕਹਾਣੀ ਵਾਲੇ ਯੋਗਦਾਨ ਨੂੰ ਵੀ ਉਹ ਸਾਹਿਤਿਕ ਵਿਧਾ ਨੂੰ ਕੋਈ ਅਲੱਗ ਨਹੀਂ ਕੀਤਾ ਜਾ ਸਕਦਾ। ਜਿਹੜੇ ਤੁਹਾਡੇ ਮਤਲਬ ਜੇ ਆਪਾਂ ਨਾਟਕ ਦੀ ਹੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਨਾਰੀ ਪਾਤਰਾਂ ਦੀ ਸਿਰਜਣਾ ਹੈਗੀ ਆ ਤੇ ਜਿਹੜੇ ਪਹਿਲੇ ਨਾਰੀ ਪਾਤਰਾਂ ਦੀ ਤੁਸੀਂ ਮੰਨ ਲਓ ਅੱਜ ਤੋਂ 20 ਸਾਲ ਪਹਿਲਾਂ ਨਾਰੀ ਪਾਤਰ ਸਿਰਜਿਆ ਤੇ ਅੱਜ ਜਿਹੜਾ ਨਾਰੀ ਪਾਤਰ ਸਿਰਜ ਰਿਹਾ ਉਹਦੀ ਮਨੋਸਥਿਤੀ ਦੇ ਵਿੱਚ ਕੀ ਫਰਕ ਹੈ? ਦੇਖੋ ਸਿਰਫ ਉਹਦੀ ਨਹੀਂ, ਮੇਰੀ ਮਨੋਸਥਿਤੀ 'ਚ ਵੀ ਫਰਕ ਹੈ। ਠੀਕ ਹੈ, ਮੈਂ ਹੁਣ ਆਪਣੀਆਂ ਜੇ ਤੁਹਾਨੂੰ ਕਹਾਣੀਆਂ ਦੀਆਂ ਕਿਤਾਬਾਂ ਦੱਸਾਂ, ਮੈਂ ਸੰਖੇਪ 'ਚ ਹੀ ਲਊਂਗਾ, ਮੈਂ ਥੋੜਾ ਜ਼ਿਆਦਾ ਟਾਈਮ ਨਹੀਂ ਲੈਂਦਾ। ਠੀਕ ਹੈ, ਮੈਂ ਪਹਿਲੀ ਕਿਤਾਬ ਇੱਥੇ ਆ ਕੇ ਲਿਖੀ ਕੈਨੇਡਾ ਦੇ ਵਿੱਚ, ਕੂੰਜਾਂ ਦੀ ਮੌਤ। ਕੂੰਜਾਂ ਪ੍ਰਵਾਸ ਦਾ ਚਿੰਨ੍ਹ ਹੈ। ਠੀਕ ਹੈ, ਸੋ ਮੈਨੂੰ ਲੱਗਿਆ ਵੀ ਯਾਰ ਮੇਰੇ ਤਾਂ ਅੰਦਰ ਸੱਭਿਆਚਾਰ ਵੀ ਮਰ ਗਿਆ, ਮੇਰੀ ਭਾਸ਼ਾ ਵੀ ਮਰ ਗਈ। ਸੋ ਮੈਨੂੰ ਲੱਗਿਆ ਵੀ ਜਿਹੜੀਆਂ ਕੂੰਜਾਂ ਨੇ ਉਹ ਮਰ ਗਈਆਂ ਇੱਥੇ ਆ ਕੇ। ਤਾਂ ਫਿਰ ਮੈਂ ਕਿਤਾਬ ਲਿਖੀ ਤਰਸ਼ੰਕੂ। ਤਰਸ਼ੰਕੂ ਦਾ ਮਤਲਬ ਖਲਾਅ 'ਚ ਲਟਕਿਆ ਹੋਇਆ ਬੰਦਾ। ਠੀਕ ਹੈ, ਤੇ ਮੈਂ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਮੈਂ ਦੋ ਸੱਭਿਆਚਾਰਾਂ ਦੇ ਵਿੱਚ ਲਟਕਿਆ ਹੋਇਆ। ਤੇ ਕਿਤਾਬਾਂ ਮੇਰੀਆਂ ਹੋਰ ਵੀ ਨੇ, ਇਹ ਮੇਰੇ ਜਿਹੜੇ ਟਾਈਟਲ ਨੇ ਉਹਨਾਂ ਦੇ ਵਿੱਚੋਂ ਮੇਰੀ ਆਪਣੀ ਮਨੋਸਥਿਤੀ ਦਾ ਪਤਾ ਲੱਗਦਾ, ਕਿਉਂਕਿ ਮੇਰੇ ਆਪਣੇ ਮਨ ਦੇ ਵਿੱਚ ਜਿਹੜੇ ਤਬਦੀਲੀਆਂ ਨੇ, ਮੇਰੇ ਆਪਣੇ ਮਨ ਦੇ ਵਿੱਚ ਜਿਹੜੇ ਬਦਲਾਅ ਨੇ ਉਹ ਆ ਰਹੇ ਨੇ। ਸੋ ਸੇਮ ਥਿੰਗ ਤੋਂ ਮੇਰੀ ਜਿਹੜੀ ਦ੍ਰਿਸ਼ਟੀ ਹੈ ਔਰਤਾਂ ਨੂੰ ਵੇਖਣ ਦੀ, ਸਮਾਜ ਨੂੰ ਵੇਖਣ ਦੀ, ਤਾਂ ਉਹਦੇ ਵਿੱਚ ਵੀ ਤਬਦੀਲੀ ਜਿਹੜੀ ਹੈ ਆ ਰਹੀ ਹੈ। ਸੋ ਜਿਹੜੇ ਮੈਂ ਉਦੋਂ ਪਾਤਰ ਸਿਰਜੇ ਸੀਗੇ 2001 'ਚ ਜਦੋਂ ਮੈਂ ਨਾਟਕ ਪਿੰਜਰੇ ਲਿਖਿਆ, ਉਦੋਂ ਮੇਰੇ ਮਨ 'ਚ ਜਿਹੜੀ ਔਰਤ ਦੀ ਦਸ਼ਾ ਸਥਿਤੀ ਜਾਂ ਉਹਨੂੰ ਸਮਝਣ ਦੀ ਢੰਗ ਸੀ ਉਹ ਹੋਰ ਸੀ। ਹੋ ਸਕਦਾ ਉਹਦੇ ਤੇ ਮੇਰੇ ਜਿਹੜੇ ਮੈਂ ਭਾਰਤ ਤੋਂ ਪੰਜਾਬ ਤੋਂ ਸੰਸਕਾਰ ਲੈ ਕੇ ਆਇਆ ਸੀ ਉਹ ਭਾਰੂ ਹੋਣ, ਲੇਕਿਨ ਹੌਲੀ ਹੌਲੀ ਜਿਹੜਾ ਹੈਗਾ ਜਦੋਂ ਤੁਸੀਂ ਇੱਧਰ ਗੋਰੇ ਕਰੈਕਟਰ ਵੀ ਦੇਖਦੇ ਹੋ, ਤੁਸੀਂ ਪੱਛਮੀ ਕਰੈਕਟਰ ਦੇਖਦੇ ਹੋ, ਤੁਸੀਂ ਦੇਖਦੇ ਹੋ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਗੁਣ ਸੀ ਉਹ ਇੱਥੇ ਆ ਕੇ ਔਗਣ ਕਿਵੇਂ ਬਣ ਜਾਂਦੇ ਨੇ। ਤਾਂ ਫਿਰ ਜਿਹੜੇ ਤੁਹਾਡੇ ਕਰੈਕਟਰ ਨੇ ਉਹਨਾਂ ਨੂੰ ਚਿੱਤਰਨ ਦਾ ਢੰਗ ਹੈ ਜਿਹੜਾ ਉਹ ਬਦਲ ਜਾਂਦਾ, ਵੱਖਰਾ ਹੋ ਜਾਂਦਾ। ਸੋ ਅੱਜ ਜੇ ਮੈਂ ਉਸ ਤਰ੍ਹਾਂ ਦਾ ਨਾਟਕ ਲਿਖਣਾ ਹੋਵੇ ਪਿੰਜਰੇ ਵਰਗਾ, ਤਾਂ ਹੋ ਸਕਦਾ ਤਾਂ ਮੇਰੇ ਜਿਹੜੇ ਉਹਦੇ ਵਿੱਚ ਨਾਰੀ ਪਾਤਰ ਹੋਣ ਉਹ ਵੱਖਰੀ ਸੋਚ ਵਾਲੇ ਤੇ ਉਹਨਾਂ ਦਾ ਵਿਚਰਨ ਢੰਗ ਵੱਖਰਾ, ਤੇ ਇਹ ਸਾਰਾ ਕੁਛ ਹੈ ਜਿਹੜਾ ਉਹ ਉਸ ਵਰਗਾ ਨਹੀਂ ਹੋਵੇਗਾ। ਇਹਦੇ ਨਾਲ ਗੱਲ ਦਾ ਮਿਲਦਾ ਸਵਾਲ ਹੈ, ਅੱਧਾ ਜਵਾਬ ਮੈਨੂੰ ਮਿਲ ਗਿਆ ਹੈ, ਬਟ ਸਵਾਲ ਮੈਂ ਕਰੂੰਗਾ, ਤੁਹਾਡੇ ਨਾਰੀ ਪਾਤਰਾਂ ਨੇ ਤੁਹਾਡੀ ਉਮਰ ਦੀ ਯਾਤਰਾ ਦੇ ਨਾਲ ਕਿਵੇਂ ਆਪਣਾ ਸਫ਼ਰ ਕੀਤਾ? ਜਿਵੇਂ ਤੁਸੀਂ ਤੁਹਾਡੀ ਉਮਰ, ਤੁਸੀਂ 2001 'ਚ ਨਾਟਕ ਲਿਖਿਆ ਹੈ, 2023 'ਚ ਜੇ ਆਪਾਂ ਨਾਟਕ ਲਿਖਣ ਦੀ ਗੱਲ ਕਰਦੇ ਹਾਂ ਤਾਂ ਇਹ ਜਿਵੇਂ ਤੁਹਾਡੀ ਉਮਰ ਵੱਧਦੀ ਗਈ ਹੈ ਤਾਂ ਤੁਹਾਡੇ ਨਾਰੀ ਪਾਤਰਾਂ ਦਾ ਸਫ਼ਰ ਵੀ ਕਿਵੇਂ ਜਾਂਦਾ? ਬਿਲਕੁਲ ਜੀ, ਬਿਲਕੁਲ ਹੁੰਦਾ। ਦੇਖੋ ਜਦੋਂ ਤੁਸੀਂ ਹੁਣ ਮੈਂ ਕਹਾਣੀਆਂ ਦੀ ਗੱਲ ਕਰੂੰਗਾ ਜਾਂ ਮੈਂ ਆਪਣੇ ਨਾਟਕ ਪਹਿਲਾਂ ਵੀ ਮੈਂ ਤੁਹਾਨੂੰ ਆਪਾਂ ਆਫ ਦਾ ਰਿਕਾਰਡ ਜਦੋਂ ਗੱਲ ਕਰਦੇ ਸੀ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਮੈਂ ਕੱਲ ਸਕੂਲ ਟਾਈਮ ਤੋਂ ਨਾਟਕਾਂ ਦੇ ਵਿੱਚ ਇਨਵੋਲਵ ਹੋ ਗਿਆ ਸੀਗਾ। ਤੇ ਜਦੋਂ ਤੁਸੀਂ ਮੁੱਢਲੇ ਪੜਾਅ 'ਚ ਹੁੰਦੇ ਆ ਉਦੋਂ ਤੁਸੀਂ ਜ਼ਿੰਦਗੀ ਨੂੰ ਇੱਕ ਵੱਖਰੇ ਕੋਣ ਤੋਂ ਦੇਖਦੇ ਆ। ਉਹਦੇ ਵਿੱਚ ਰੋਮਾਂਸ ਹੁੰਦਾ ਹੈ, ਠੀਕ,
ਤਾਂ ਉਹਦੇ ਵਿੱਚ ਹਲਕੀਆਂ ਫੁਲਕੀਆਂ ਗੱਲਾਂ ਹੁੰਦੀਆਂ ਨੇ। ਤਾਂ ਜਿਉਂ-ਜਿਉਂ ਤੁਹਾਡੀ ਉਮਰ ਵੱਧਦੀ ਜਾਂਦੀ ਹੈ, ਤੁਹਾਡੇ ਰਿਸ਼ਤੇ ਚੇਂਜ ਹੁੰਦੇ ਜਾਂਦੇ ਨੇ। ਹੁਣ ਅੱਜ ਜੇ ਮੈਂ ਕਹਾਣੀ ਲਿਖਦਾ ਜਾਂ ਮੈਂ ਨਾਟਕ ਲਿਖਾਂਗਾ, ਉਹਦੇ ਵਿੱਚ ਮੇਰੀਆਂ ਬੱਚਿਆਂ ਦੀਆਂ ਸਮੱਸਿਆਵਾਂ ਆਉਣਗੀਆਂ। ਤੇ ਜਿਹੜੀ ਜੰਗ ਕੁੜੀ ਮੈਂ 18-19 ਸਾਲ ਦੀ ਅੱਜ ਤੋਂ 20-25 ਸਾਲ ਪਹਿਲਾਂ ਸਿਰਜਦਾ ਸੀਗਾ, ਉਹਦੀ ਜਿਹੜੀ ਥਿੰਕਿੰਗ ਸੀ, ਉਹਦੀ ਜਿਹੜੀ ਮੈਂਟਲ ਮੈਚਿਓਰਟੀ ਸੀਗੀ, ਓਨੀ ਨਹੀਂ ਸੀਗੀ। ਅੱਜ ਜਿਹੜੀ ਮੈਂ ਔਰਤ ਸਿਰਜੂੰਗਾ, ਠੀਕ ਹੈ, ਹੋ ਸਕਦਾ ਉਹਦੇ ਬੱਚੇ ਹੋਣ, ਉਹ ਬੱਚਿਆਂ ਨਾਲ ਜੁੜੀਆਂ ਉਹਦੀਆਂ ਯੂਨੀਵਰਸਿਟੀ ਦੀਆਂ ਸਮੱਸਿਆ ਹੋਣ, ਹੋ ਸਕਦਾ ਉਹਦੀਆਂ ਜਿਹੜੀਆਂ ਕੰਮ ਤੇ ਗੋਰੀਆਂ ਉਹਦੇ ਨਾਲ ਜਾਂ ਹੋਰ ਦੂਸਰੀ ਕਮਿਊਨਿਟੀ ਦੇ ਲੋਕ ਕੰਮ ਕਰਦੇ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਸਮੱਸਿਆ ਹੋਣ। ਜਿਉਂ-ਜਿਉਂ ਤੁਹਾਡੀ ਉਮਰ ਵੱਧਦੀ ਜਾਂਦੀ ਹੈ, ਠੀਕ ਹੈ, ਤੁਹਾਡਾ ਜਿਹੜਾ ਸੋਚਣ ਦਾ ਢੰਗ, ਤੁਹਾਡਾ ਵਿਚਰਨ ਦਾ ਢੰਗ, ਉਹ ਵੀ ਬਦਲਦਾ ਜਾਂਦਾ ਹੈ। ਤਾਂ ਅੱਜ ਦੀ ਜਿਹੜੀ ਮੇਰੀ ਅੱਜ ਜੇ ਮੈਂ ਨਾਰੀ ਸਿਰਜੂੰਗਾ ਤਾਂ ਉਹਦਾ ਜਿਹੜਾ ਪਸਾਰ ਹੈ ਨਾ, ਉਹ ਬਹੁਤ ਜਿੱਦਾਂ ਵਾਸਟ ਫੈਲ ਚੁੱਕਿਆ, ਵਾਸਟ ਹੋ ਚੁੱਕਿਆ। ਤੁਹਾਡੇ ਜਿਹੜੇ ਇਹ ਨਾਰੀ ਪਾਤਰ ਬਦਲਾਅ ਦੀ ਸਥਿਤੀ ਦੇ ਵਿੱਚ ਵੀ ਆਏ, ਕਿ ਇਹਨਾਂ ਦੇ ਆਰਥਿਕ ਸਥਿਤੀ ਵਿੱਚ ਵੀ ਕੋਈ ਬਦਲਾਅ ਆਇਆ ਹੈ? ਹਾਂ ਤਾਂ ਕਿਵੇਂ ਤੇ ਕੀ, ਤੇ ਇਸ ਸਥਿਤੀ ਨੇ ਨਾਰੀ ਪਾਤਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਹਾਂਜੀ, ਤਾਂ ਉਹ ਹੁਣ ਆਪਾਂ ਉਸ ਨਾਟਕ ਦੀ ਉਹ ਗੱਲ ਕਰਦੇ ਹਾਂ। ਹੁਣ ਜਿਹੜੇ ਮੇਰੇ ਪਿੰਜਰੇ ਦੇ ਵਿੱਚ ਜਿਹੜੀ ਔਰਤ ਹੈ, ਠੀਕ ਹੈ, ਉਹ ਆਰਥਿਕ ਪੱਖੋਂ ਪੀੜਤ ਹੈ। ਕਿਉਂਕਿ ਮੁੱਢਲੇ ਪੜਾਅ ਤੇ ਆ। ਮੈਂ ਵੀ ਜਦੋਂ ਮੁੱਢਲੇ ਪੜਾਅ ਤੇ ਆਇਆ, ਮੈਂ ਵੀ ਉਹਨਾਂ ਸਥਿਤੀਆਂ 'ਚੋਂ ਲੰਘਿਆ। ਉਸ ਵਕਤ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ, ਉਸ ਵਕਤ ਤੁਹਾਡੇ ਕੋਲ ਜੌਬ ਨਹੀਂ ਹੁੰਦੀ, ਉਸ ਵਕਤ ਤੁਸੀਂ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਪੂਰੀਆਂ ਨਹੀਂ ਕਰ ਸਕਦੇ, ਤੇ ਤੁਸੀਂ ਮਾਨਸਿਕ ਤੌਰ ਤੇ ਟੁੱਟ ਜਾਂਦੇ ਆ, ਠੀਕ ਹੈ। ਤੇ ਕਈ ਲੋਕ ਨਸ਼ਿਆਂ ਵੱਲ ਨੂੰ ਚਲੇ ਜਾਂਦੇ ਨੇ, ਬੰਦੇ ਚਲੇ ਜਾਂਦੇ ਨੇ ਨਸ਼ਿਆਂ ਵੱਲ ਨੂੰ। ਤਾਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ, ਤਾਂ ਉਹਨਾਂ ਨੂੰ ਸਮੱਸਿਆਵਾਂ ਦਾ ਹੱਲ ਨਹੀਂ ਆਉਂਦਾ। ਤਾਂ ਉਹਦੇ ਵਿੱਚ ਫਿਰ ਕੀ ਕਰਦੀ ਆ ਉਹ ਔਰਤ, ਉਹਨੂੰ ਕੋਈ ਦੱਸਦਾ ਕਿ ਬਾਬੇ ਕੋਲ ਚਲਿਆ ਜਾ, ਇਹਦੇ ਤੈਨੂੰ ਤਵੀਜ਼ ਕਰਾ ਲੈ, ਤਾਂ ਇਹਨੂੰ ਦੇ ਸ਼ਾਇਦ ਤੇਰਾ ਬੰਦਾ ਜਿਹੜਾ ਠੀਕ ਹੋ ਜਾਵੇ, ਠੀਕ ਹੈ। ਤਾਂ ਜਾਂ ਜਿਹੜੇ ਮਨੋਵਿਗਿਆਨਕ ਲੋਕ ਨੇ ਉਹਨਾਂ ਕੋਲ ਜਾਂਦੀਆਂ ਨੇ ਉਹ। ਸੋ ਉਸ ਤਰ੍ਹਾਂ ਜਿਹੜਾ ਹੈਗਾ, ਜਦੋਂ ਜਿਉਂ-ਜਿਉਂ ਫਿਰ ਤੁਸੀਂ ਚਲੇ ਜਾਂਦੇ ਆ, ਤੁਹਾਡੇ ਇੱਥੇ ਰਹਿੰਦੇ ਨੂੰ ਟਾਈਮ ਹੋ ਜਾਂਦਾ, ਤੁਸੀਂ ਸੈੱਟ ਹੋ ਜਾਂਦੇ ਆ, ਤੁਹਾਡੇ ਕੋਲ ਵਧੀਆ ਘਰ ਆ ਜਾਂਦੇ ਨੇ, ਵਧੀਆ ਗੱਡੀਆਂ ਆ ਜਾਂਦੀਆਂ ਨੇ, ਤੁਹਾਡੇ ਇਨਕਮ ਦੇ ਸਾਧਨ ਬਣ ਜਾਂਦੇ ਨੇ, ਤਾਂ ਤੁਹਾਡੀ ਮਾਨਸਿਕਤਾ ਦੇ ਵਿੱਚ ਵੱਡੀ ਤਬਦੀਲੀ ਆਉਂਦੀ ਹੈ, ਠੀਕ ਹੈ ਜੀ। ਤੇ ਫਿਰ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਉਹ ਵੱਖਰੀ ਕਿਸਮ ਦੀਆਂ ਹੋ ਜਾਂਦੀਆਂ ਨੇ, ਡਿਫਰੈਂਟ ਕਿਸਮ ਦੀਆਂ ਹੋ ਜਾਂਦੀਆਂ ਨੇ, ਉਸ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ। ਉਹ ਤੁਹਾਡਾ ਜਿਹੜਾ ਪਹਿਲਾ ਕਰੈਕਟਰ ਸੀ, ਅੱਜ ਜਿਹੜਾ ਤੁਹਾਡਾ ਬਾਅਦ ਵਾਲਾ ਕਰੈਕਟਰ ਆ, ਉਹ ਬਿਲਕੁਲ ਚੇਂਜ ਹੋ ਜਾਂਦਾ। ਜੀ ਜੀ। ਹਾਂਜੀ। 1970 ਤੋਂ 2000 ਈਸਵੀ ਤੱਕ ਦਾ ਸਮਾਂ ਪ੍ਰਵਾਸ ਦੇ ਸੰਦਰਭ ਵਿੱਚ ਵਿਸ਼ੇਸ਼ ਸਮਾਂ ਸੀ ਮੰਨਿਆ ਜਾਂਦਾ ਹੈ, ਖਾਸ ਕਰਕੇ ਕੈਨੇਡਾ ਦੇ ਸੰਬੰਧ ਵਿੱਚ। ਉਸ ਦੌਰ ਵਿੱਚ ਸਿਰਜੇ ਗਏ ਨਾਰੀ ਪਾਤਰਾਂ ਦੇ ਚਿੱਤਰਨ ਵਿੱਚ ਅਤੇ ਅੱਜ ਦੇ ਨਾਰੀ ਪਾਤਰਾਂ ਦੇ ਚਿੱਤਰਨ ਵਿੱਚ ਕੀ ਬੁਨਿਆਦੀ ਫਰਕ ਮਹਿਸੂਸ ਕਰਦੇ? ਦੇਖੋ, ਇੱਥੇ ਹੁਣ ਸਾਡੀ ਕੈਨੇਡਾ ਦੇ ਵਿੱਚ ਤੀਸਰੀ ਪੀੜ੍ਹੀ ਹੈ। ਜੇ ਮੈਂ ਟੋਰਾਂਟੋ ਦੀ ਗੱਲ ਕਰਾਂ, ਵੈਨਕੂਵਰ ਦੇ ਵਿੱਚ ਸ਼ਾਇਦ ਚੌਥੀ ਪੰਜਵੀਂ ਵੀ ਹੋ ਗਈ। ਸਾਨੂੰ ਆਇਆਂ ਨੂੰ ਤਕਰੀਬਨ 130 ਸਾਲ ਇਸ ਮੁਲਕ ਦੇ ਵਿੱਚ ਹੋ ਗਏ। ਤੇ ਜਿਹੜੇ ਦੌਰ ਦੀ ਤੁਸੀਂ ਗੱਲ ਕਰਦੇ ਹੋ, ਉਸ ਦੌਰ ਦੇ ਵਿੱਚ ਅਜੇ ਨਵੀਂ ਜਿਹੜੀ ਇਮੀਗ੍ਰੇਸ਼ਨ ਹੈ ਉਹ ਸ਼ੁਰੂ ਹੋਈ ਸੀ। ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਨੇ, ਤਾਂ ਉਸ ਤੋਂ ਬਾਅਦ ਆ ਜਿਹੜੀ ਇਮੀਗ੍ਰੇਸ਼ਨ ਉਹ ਇੱਕਦਮ ਬਹੁਤ ਹੈ ਜਿਹੜੀ ਵਧੀਆ। ਉਹ ਜਿਹੜੀਆਂ ਸਾਡੀਆਂ ਪਹਿਲੀਆਂ ਉਸ ਵਕਤ ਔਰਤਾਂ ਆਉਂਦੀਆਂ ਸੀਗੀਆਂ, ਉਹਨਾਂ ਦੇ ਜਿਹੜੇ ਇੱਥੇ ਜੀਵਨ ਢੰਗ ਸੀ, ਵਿਚਰਨ ਢੰਗ ਸੀ, ਉਹ ਬਿਲਕੁਲ ਵੱਖਰਾ ਸੀਗਾ। ਉਹ ਘਰਾਂ ਚੋਂ ਬਾਹਰ ਨਹੀਂ ਸੀ ਨਿਕਲਦੀਆਂ, ਠੀਕ ਹੈ। ਤੇ ਹੁਣ ਜਿਹੜਾ ਹੈਗਾ ਉਹ ਬਿਲਕੁਲ ਵੱਖਰਾ ਹੈਗਾ। ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਦੋਂ ਵੱਖਰੀ ਕਿਸਮ ਦੀਆਂ ਸੀ, ਹੁਣ ਵੱਖਰੀ ਕਿਸਮ ਦੀਆਂ ਨੇ। ਤਾਂ ਹੁਣ ਦੀ ਜਿਹੜੀ ਨਾਰੀ ਹੈ, ਜੇ ਉਹਨੂੰ ਚਿੱਤਰਨਾ ਹੋਵੇ ਤਾਂ ਉਹਦਾ ਬਹੁਤ ਫਰਕ ਹੈ ਪਹਿਲੇ ਨਾਲੋਂ। ਅੱਜ ਤੋਂ ਲਗਭਗ 20 ਸਾਲ ਪਹਿਲਾਂ ਫਿਲਮਾਂ ਨਾਟਕਾਂ ਵਿੱਚ ਸਿਰਜੀ ਗਈ ਨਾਰੀ ਪਾਤਰ ਇੱਕ ਸੁਸ਼ੀਲ, ਸੁਚੱਜੀ, ਸੁਘੜ ਘਰੇਲੂ ਔਰਤ ਦੇ ਰੂਪ ਵਿੱਚ ਸੀ, ਪਰ ਅੱਜ ਉਹ ਇੱਕ ਬੋਲਡ ਔਰਤ ਦੇ ਰੂਪ ਦੇ ਵਿੱਚ ਹੈ। ਇੰਨਾ ਬਦਲਾਅ ਕਿਉਂ ਤੇ ਕਿਵੇਂ? ਦੇਖੋ, ਉਹ ਤਾਂ ਸਮੇਂ ਦੇ ਨਾਲ ਜੋ ਸਮੇਂ ਦੇ ਵਿੱਚ ਜਾਗਰਤੀ ਆਉਂਦੀ ਹੈ। ਹੁਣ ਜੇ ਆਪਾਂ ਦੇਖੀਏ ਕਿ ਜਿਹੜੀ ਅੱਜ ਤੋਂ ਤੁਸੀਂ ਕਹਿੰਦੇ ਹੋ 30 ਸਾਲ ਪਹਿਲਾਂ ਨਾਰੀ ਲਾ ਲਓ, ਉਹ ਪੰਜਾਬ ਦੀ ਉਹ ਲਾ ਲਓ, ਉਹ ਤਾਂ ਦੁੱਧ ਵੀ ਰਿੜਕਦੀ ਸੀ, ਉਹ ਪਸ਼ੂ ਵੀ ਸਾਂਭਦੀ ਸੀ, ਉਹ ਘਰ ਵੀ ਸਾਫ਼ ਕਰਦੀ ਸੀ। ਤਾਂ ਉਹ ਤੋਂ ਬਾਅਦ ਤੁਸੀਂ ਇਹ ਵੀ ਤਾਂ ਦੇਖੋ ਕਿ ਸਮਾਜ ਦੇ ਵਿੱਚ ਕਿੰਨੀ ਤਬਦੀਲੀ ਆਈ ਹੈ। ਕੀ ਉਦੋਂ ਇੰਟਰਨੈਟ ਸੀਗਾ? ਕੀ ਉਦੋਂ ਇਹ ਟੈਲੀਵਿਜ਼ਨ ਦੇ ਨਾਟਕ ਡਰਾਮੇ ਸੀਗੇ? ਕੀ ਉਦੋਂ ਫੋਨ ਸੀਗਾ? ਕੀ ਉਦੋਂ ਟਿਕਟੌਕ ਸੀਗੀ, ਫੇਸਬੁੱਕ ਸੀਗਾ? ਇਹ ਜਿਹੜੀ ਸਾਰੀ ਟੈਕਨੋਲੋਜੀ ਆਈ ਹੈ ਪਿਛਲੇ 15-20 ਸਾਲਾਂ ਦੇ ਵਿੱਚੋਂ, ਇਹਨੇ ਸਾਡਾ ਜਿਹੜਾ ਜੀਵਨ ਹੈ ਇਹਦੇ ਵਿੱਚ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ। ਇਕੱਲੀ ਤਬਦੀਲੀ ਨਹੀਂ ਲਿਆਂਦੀ, ਸਾਡੇ ਕਰੈਕਟਰ ਦੇ ਵਿੱਚ, ਸਾਡੇ ਵਿਚਰਨ ਦੇ ਵਿੱਚ, ਸਾਡੇ ਕੰਮ ਕਰਨ ਦੇ ਵਿੱਚ ਸਾਰੇ ਕਾਸੇ ਤਬਦੀਲੀ ਲੈ ਕੇ ਆਉਂਦੀ ਹੈ। ਸੋ ਇਸ ਕਰਕੇ ਜਿਹੜਾ ਕਰੈਕਟਰ ਹੈ ਉਹ ਬਿਲਕੁਲ ਬਦਲ ਗਿਆ। ਪਹਿਲਾਂ ਨਾਟਕਾਂ ਵਿੱਚ ਬਾਪ ਦੀ ਪੱਗ, ਭਰਾ ਦੀ ਰੱਖੜੀ, ਪਤੀਵਰਤਾ ਵਰਗੇ ਵਿਸ਼ੇਸ਼ਣਾਂ ਵਾਲੇ ਨਾਰੀ ਪਾਤਰ ਮਰਦ ਮੇਲ ਦੀ ਅੱਖ ਨੂੰ ਮੁੱਖ ਰੱਖ ਕੇ ਹੀ ਸਿਰਜੇ ਗਏ ਹਨ। ਕੀ ਹੁਣ ਵੀ ਇਹੋ ਸਮਾਜਿਕ ਅਤੇ ਮਨੋਵਿਗਿਆਨਿਕ ਸਥਿਤੀ ਹੈ ਪਾਤਰਾਂ ਦੀ? ਨਹੀਂ ਤਾਂ ਫਿਰ ਬਦਲਾਅ ਕੀ? ਨਹੀਂ, ਹੁਣ ਬਿਲਕੁਲ ਨਹੀਂ, ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ। ਅਸੀਂ ਬਹੁਤੀਆਂ ਚੀਜ਼ਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਧਰਮ ਹੈ, ਉਹ
ਸਿਰਫ ਪ੍ਰੈਕਟਿਸ ਕਰਨ ਲਈ ਰੱਖਿਆ ਹੈ। ਸਾਨੂੰ ਇਹ ਵੀ ਪਤਾ ਲੱਗ ਗਿਆ, ਸਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਆ ਤਿਉਹਾਰ ਨੇ ਕਿ ਅੱਜ ਬੋਤਾ ਅੱਜ ਰੱਖੜੀ ਦਾ ਤਿਉਹਾਰ ਆਪਣੇ ਭਾਈ ਦੇ ਰੱਖੜੀ ਬੰਨ੍ਹਦੇ ਤੇ ਉੱਦਾਂ ਅਸੀਂ ਮਤਲਬ ਸਾਡੇ ਕੋਲ ਇੱਕ ਦੂਜੇ ਨੂੰ ਮਿਲਣ ਲਈ ਟਾਈਮ ਨਹੀਂ, ਠੀਕ ਹੈ, ਇੱਕ ਦੂਜੇ ਨਾਲ ਅਸੀਂ ਗੱਲ ਕਰਕੇ ਰਾਜੀ ਨਹੀਂ। ਸੋ ਇਹ ਬੱਚਿਆਂ ਨੂੰ ਵੀ ਸਾਡਿਆਂ ਨੂੰ ਇੱਥੇ ਪਤਾ ਲੱਗ ਗਿਆ ਵੀ ਇਹ ਸਿਰਫ ਜਸਟ ਅਸੀਂ ਪ੍ਰੈਕਟਿਸ ਕਰਨ ਲਈ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ, ਦਿਖਾਵੇ ਲਈ ਰੱਖੀਆਂ ਹੋਈਆਂ ਨੇ। ਸੋ ਇਸ ਕਰਕੇ ਜੇ ਅਸੀਂ ਰੀਅਲ ਕਰੈਕਟਰ ਸਿਰਜਣਾ ਹੈ ਤਾਂ ਹੁਣ ਜੇ ਕਿਸੇ ਬੰਦੇ ਨੇ ਕਰੈਕਟਰ ਸਿਰਜਣਾ ਉਹ ਰੀਅਲ ਕਰੈਕਟਰ ਸਿਰਜ ਜੂਗਾ, ਨਾ ਕਿ ਇੱਕ ਸੰਸਕਾਰੀ ਨਾਰੀ ਨੂੰ ਸਿਰਜੂਗਾ ਕਿ ਹਾਂ ਜੀ ਇਹਨੂੰ ਤਾਂ ਰੱਖੜੀ ਦੀ ਵੀ ਬੜੀ ਕਦਰ ਹੈ, ਇਹ ਤਾਂ ਜੀ ਗੁਰਦੁਆਰੇ ਵੀ ਸਿਰ ਢੱਕ ਕੇ ਜਾਂਦੀ ਹੈ, ਇਹ ਤਾਂ ਇਸ ਤਰ੍ਹਾਂ ਜਾਂਦੀ ਹੈ। ਐਕਚੁਅਲੀ ਹੁਣ ਇਹ ਅਗਰ ਤੁਸੀਂ ਇਸ ਤਰ੍ਹਾਂ ਦੀ ਨਾਰੀ ਸਿਰਜੋਗੇ ਨਾ ਤਾਂ ਤੁਹਾਨੂੰ ਇੱਕ ਡਰਾਮੇਬਾਜ਼ ਪਾਤਰ ਲੱਗੇਗਾ, ਅਸਲੀਅਤ ਨਹੀਂ ਲੱਗੇਗੀ, ਦੂਰ ਲੱਗੇਗਾ, ਸੱਚਾਈ ਤੋਂ ਦੂਰ। ਤੁਹਾਡੇ ਨਾਟਕਾਂ ਦੇ ਬਹੁਤੇ ਪਾਤਰ ਉਹ ਹਨ ਜਿਨ੍ਹਾਂ ਦਾ ਪਿਛੋਕੜ ਪੰਜਾਬ ਦਾ ਹੈ। ਕਈਆਂ ਦੀਆਂ ਜੜ੍ਹਾਂ ਪੰਜਾਬ 'ਚ ਹਨ ਤੇ ਕਈ ਉਹਨਾਂ ਜੜ੍ਹਾਂ ਤੇ ਉੱਗੀਆਂ ਟਾਹਣੀਆਂ ਤੇ ਫੁੱਲ ਹਨ। ਤੁਸੀਂ ਪੂਰਬੀ ਅਤੇ ਪੱਛਮੀ ਸੱਭਿਆਚਾਰ ਦਾ ਸੁਮੇਲ ਆਪਣੇ ਨਾਰੀ ਪਾਤਰਾਂ 'ਚ ਕਿਵੇਂ ਬਿਠਾਉਂਦੇ? ਹਾਂ, ਨਹੀਂ, ਮੈਂ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ, ਇਹ ਤਾਂ ਬਿਠਾਉਣਾ ਹੀ ਪੈਣਾ ਜੇ ਹੁਣ ਤੁਸੀਂ ਇੱਥੋਂ ਦਾ ਸਮਾਜ ਸਿਰਜਣਾ। ਹੁਣ ਜੇ ਮੈਂ ਇੱਥੇ ਬੈਠ ਕੇ ਸਿਰਫ ਕੱਲੀ ਪੰਜਾਬ ਦੀ ਨਾਰੀ ਦੀ ਗੱਲ ਕਰੀ ਜਾਵਾਂ ਜਾਂ ਉੱਥੋਂ ਦੀ ਜਿਹੜੀ ਨਾਰੀ ਜਿਸ ਤਰ੍ਹਾਂ ਵਿਚਰਦੀ ਆ ਉਹਦੀ ਗੱਲ ਕਰੀ ਜਾਵਾਂ, ਮੈਂ ਉੱਥੋਂ ਦਾ ਜਿਹੜਾ ਉਹਦਾ ਰਹਿਣ ਸਹਿਣ ਆ ਉਹਨੂੰ ਕੈਨੇਡਾ 'ਚ ਫਿੱਟ ਕਰਦਾ ਤਾਂ ਇਹ ਯਥਾਰਥ ਨਹੀਂ ਹੈਗਾ, ਠੀਕ ਹੈ। ਸੋ ਜੇ ਉਹ ਨਾਰੀ ਪੰਜਾਬ ਤੋਂ ਇੱਥੇ ਆਈ ਆ, ਉਹਦੇ ਵਿੱਚ ਤਬਦੀਲੀਆਂ ਆਈਆਂ ਨੇ ਉਹਦੇ ਰਹਿਣ ਸਹਿਣ 'ਚ, ਉਹਦੇ ਰਿਸ਼ਤਿਆਂ 'ਚ, ਤਾਂ ਫਿਰ ਮੈਂ ਉਹਨੂੰ ਉਸੇ ਤਰ੍ਹਾਂ ਦਾ ਸਿਰਜਾਂਗਾ। ਤਾਂ ਮੈਨੂੰ ਜਿਹੜਾ ਹੈਗਾ ਵੀ ਜਿਹੜੀ ਬਦਲੀ ਹੋਈ ਨਾਰੀ ਆ ਜਿਹੜੀਆਂ ਉਹਦੇ ਵਿੱਚ ਤਬਦੀਲੀਆਂ ਆਈਆਂ ਨੇ ਇਹੀ ਤਾਂ ਪੜ੍ਹਨੀਆਂ ਨੇ। ਬਿਲਕੁਲ। ਪਿਛਲੇ 20 ਸਾਲਾਂ ਵਿੱਚ ਮਨੋਵਿਗਿਆਨਿਕ ਆਧਾਰ ਤੇ ਤੁਹਾਡੇ ਨਾਟਕਾਂ ਦੇ ਵਿੱਚ ਨਾਰੀ ਪਾਤਰ ਦੀ ਸਿਰਜਣਾ ਵਿੱਚ ਪਰਸਪਰ ਕੀ ਬਦਲਾਅ ਆਇਆ? ਕਾਫੀ ਬਦਲਾਅ ਆਇਆ, ਠੀਕ ਹੈ। ਉਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਤਾਂ ਉਹ ਜਿਉਂ-ਜਿਉਂ ਕਰੈਕਟਰ ਚੇਂਜ ਹੁੰਦਾ ਸਮੇਂ ਦੇ ਲਿਹਾਜ਼ ਨਾਲ, ਠੀਕ ਹੈ। ਅਜੇ ਤਾਂ ਆ ਰਹੇ ਨੇ, ਪਹਿਲਾਂ ਕੀ ਸੀਗਾ, ਹੁਣ ਮੈਂ ਇੱਥੇ ਮੇਰਾ ਘਰ ਹੈ, ਠੀਕ ਹੈ। ਹੁਣ ਮੇਰੀ ਬੇਟੀ ਹੈ ਤੇ ਉਹਦੇ ਕੋਲ ਜੇ ਇਹ ਸਮਾਂ ਵੀ ਸੀ ਵੀ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਆਪਦਿਆਂ ਨੂੰ ਗੋਰੇ ਗੋਰੀਆਂ ਨਾਲ ਖੇਡਣ ਨਹੀਂ ਸੀ ਦਿੰਦੇ ਵੀ ਕਿਤੇ ਸਾਡੇ ਬੱਚਿਆਂ ਨੂੰ ਵਿਗਾੜ ਨਾ ਦੇਣ, ਇਹਨਾਂ ਦੀਆਂ ਆਦਤਾਂ ਨਾ ਖਰਾਬ ਕਰ ਦੇਣ। ਹੁਣ ਅਸੀਂ ਇਸ ਸਟੇਜ ਤੇ ਆ ਵੀ ਉਹ ਕਮਿਊਨਿਟੀਆਂ ਵੀ ਸਾਡੇ ਘਰਾਂ 'ਚ ਆਉਂਦੀਆਂ ਨੇ, ਸਾਡੇ ਵਿਆਹਾਂ ਸ਼ਾਦੀਆਂ 'ਚ ਵੀ ਆਉਂਦੀਆਂ ਨੇ। ਹੁਣ ਤੁਸੀਂ ਪਾਰਟੀਆਂ ਤੇ ਜਾ ਕੇ ਦੇਖੋ, ਸਾਡੀਆਂ ਲੜਕੀਆਂ ਨੇ ਜਿਹੜੀਆਂ ਉਹ ਬਿਲਕੁਲ ਉਸੇ ਤਰ੍ਹਾਂ ਵਿਚਰਦੀਆਂ ਨੇ ਜਿਸ ਤਰ੍ਹਾਂ ਪੱਛਮੀ ਕਮਿਊਨਿਟੀ ਵਿਚਰਦੀ ਹੈ। ਇਹ ਤਬਦੀਲੀਆਂ ਆਈਆਂ ਨੇ ਜੋ ਸਾਨੂੰ ਫੜਨੀਆਂ ਪੈਣੀਆਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਹਾਂਜੀ ਜੀ, ਸਾਹਿਬ, ਥੈਂਕ ਯੂ।